ਧੰਨ ਵਾਹਿਗੁਰੂ ਸਾਹਿਬ ਜੀਓ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਵਾਹਿਗੁਰੂ ਸਾਹਿਬ ਜੀਓ ਕਬਿਤ, ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ। ਤਿਰਗੁਣ ਅਤੀਤ ਚੀਤ ਆਸਾ ਮੈਂ ਨਿਰਾਸ ਹੈ। ਨਾਮ ਨਿਹ ਕਾਮ ਧਾਮ ਸਹਿਜ ਸੁਭਾਏ ਹਿਰਦੈ। ਬਰਤੈ ਬਰਤਮਾਨ ਗਿਆਨ ਕੋ ਪ੍ਰਗਾਸ ਹੈ। ਸੂਖਮ ਸਥੂਲ ਏਕ ਏਕ ਔ ਅਨੇਕ ਮੇਕ। ਬ੍ਰਹਮ ਵਿਵੇਕ ਟੇਕ ਬ੍ਰਹਮ ਵਿਸਵਾਸ ਹੈ। ਚਰਨ ਸਰਣ ਲੇਵ ਆਪਾ ਖੋਏ ਹੋਏ ਰੇਨ। ਸਤਿ ਗੁਰਮਤਿ ਗੁਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੀ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਤੇ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸ਼ਬਦ ਅਵਤਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਲੋਕ ਪਰਲੋਕ ਦੇ ਮਾਲਕ ਦਾਤਾ ਸਾਹਿਬ ਦੀ ਪਾਵਨ ਪਵਿੱਤਰ ਹਾਜ਼ਰੀ ਭਰਦੇ ਹਾਂ। ਦਰਸ਼ਨ ਦੇਦਾਰ ਕਰਦੇ ਹੋਏ ਆ ਰਹੇ ਹਾਂ, ਚਾਹਨਾ ਲੈ ਕੇ, ਇੱਛਾ ਲੈ ਕੇ। ਮਹਾਰਾਜ ਬੜੇ ਦੁਖੀ ਹਾਂ, ਬੜੇ ਲੰਮੇ ਸਮੇਂ ਤੋਂ ਸਫ਼ਰ ਵਿੱਚ ਜ਼ਿੰਦਗੀ ਦੇ ਪਏ ਹੋਏ ਹਾਂ। ਸਾਡੀ ਸੋਚ ਸਮਝ ਅੰਦਰ ਵੀ ਨਹੀਂ ਕਿ ਕਦੋਂ ਕੁ ਤੋਂ ਸਫ਼ਰ ਵਿੱਚ ਨਿਕਲੇ ਹਾਂ। ਕਿੰਨੇ ਕੁ ਤਨ ਅਸੀਂ ਬਦਲੇ ਨੇ। ਕਿਰਪਾ ਕਰੋ ਕਿ ਸਫ਼ਰ ਸਾਡਾ ਜੀਵਨ ਦਾ ਜਿਹੜਾ ਹੈ ਮਨੁੱਖਾ ਸਰੀਰ ਅੰਦਰ ਕਰ ਰਹੇ ਇਹ ਸਫਲਾ ਹੋ ਜਾਵੇ।
ਇਸ ਨੂੰ ਸਫਲਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕਰਦੇ ਆਂ, ਬਚਨ ਬਿਲਾਸ ਸ਼ਰਵਣ ਕਰਦੇ ਆਂ। ਗਰੀਬ ਨਵਾਜ਼ ਨੇ ਨਿਰਗੁਣ ਤੋਂ ਸਰਗੁਣ ਵਿੱਚ ਆ ਕੇ ਜੋ ਨਿਰਗੁਣ ਸਰੂਪ ਬਚਨ ਨੇ ਸਰਗੁਣਤਾ ਦੇ ਵਿੱਚ ਲਿਆ ਕੇ ਸੰਸਾਰ ਨੂੰ ਸਮਝਾਉਣ ਵਾਸਤੇ, ਭੁੱਲੇ ਭਟਕਿਆਂ ਨੂੰ ਮਾਰਗ ਪਾਉਣ ਵਾਸਤੇ ਉਹ ਪਾਵਨ ਪਵਿੱਤਰ ਬਚਨ ਕੀਤੇ ਨੇ। ਉਹ ਪਾਵਨ ਪਵਿੱਤਰ ਬਚਨ ਜਿਹੜੇ ਸਮਕਾਲੀਨ ਗੁਰੂ ਕੇ ਸਿੱਖਾਂ ਨੇ ਸ਼ਰਵਣ ਕੀਤਾ ਹੈ, ਹਿਰਦਿਆਂ ਅੰਦਰ ਵਸਾਇਆ ਹੈ। ਬੜੀ ਨਿਰਮਾਨਤਾ ਦੇ ਨਾਲ ਫਿਰ ਹਿਰਦੇ 'ਚ ਕਮਾ ਕੇ ਧਿਆ ਕੇ ਆਉਣ ਵਾਲੀਆਂ ਪੁਸ਼ਤਾਂ ਦੇ ਲਈ ਉਹਨੂੰ ਕਲਮ ਬੰਦ ਕਰਕੇ ਧਰ ਗਏ। ਜਿਹਨੇ ਪਰਮਾਤਮਾ ਨੂੰ ਮਿਲਣਾ ਹੈ, ਜਿਹਨੇ ਦੁੱਖਾਂ ਤੋਂ ਖਹਿੜਾ ਛਡਾਉਣਾ ਹੈ, ਜਿਹਨੇ ਆਵਾਗਮਨ ਮੁਕਾਉਣਾ ਹੈ, ਉਹ ਇਹਨਾਂ ਅਵਗੁਣਾਂ ਦਾ ਤਿਆਗ ਕਰੇ, ਇਹਨਾਂ ਗੁਣਾਂ ਦਾ ਗ੍ਰਾਹੀ ਬਣਦਾ ਜਾਵੇ, ਕਦਮ ਬਾ ਕਦਮ ਸਤਿਗੁਰੂ ਵੱਲ ਨੂੰ ਵੱਧਦਾ ਜਾਵੇਗਾ। ਇੱਕ ਦਿਨ ਮੰਜ਼ਿਲ 'ਤੇ ਪਹੁੰਚ ਜਾਵੇਗਾ, ਮਾਰਗ ਸਾਰਾ ਸਰ ਕਰ ਲਵੇਗਾ, ਸਤਿਗੁਰੂ ਦਾ ਸਵਰੂਪ ਹੋ ਜਾਏਗਾ। ਉਹ ਪਾਵਨ ਤੇ ਪਵਿੱਤਰ ਬਚਨਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾਵਲੀ ਦੇ ਅੰਦਰ ਅੰਕੁਤ ਕੀਤਾ ਹੈ। ਆਪਣੀ ਮੁਬਾਰਕ ਰਸਨਾ ਤੋਂ ਉਚਾਰ ਕੇ ਕਲਮ ਬੰਦ ਕੀਤਾ ਹੈ। ਕਵਿਤ ਸਵਾਈਆਂ ਦੇ ਅੰਦਰ ਅਸੀਂ ਭਾਵਨਾ ਸੰਯੁਕਤ ਹੋ ਕਰਕੇ ਭਾਈ ਸਾਹਿਬ ਜੀ ਦੀ ਰਚਨਾਵਲੀ ਦੀ ਵਿਚਾਰ ਲੜੀਵਾਰ ਰੂਪ ਅੰਦਰ ਪੜ੍ਹਦੇ ਸੁਣਦੇ ਆ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬਚਨੋਂ ਬਿਲਾਸ ਕਰਦਿਆਂ ਸਾਨੂੰ ਸਮਝਾਉਂਦੇ ਨੇ, ਆਪਣੀ ਜਿਹੜੀ ਹੈ ਨਾ ਅਤ ਦੀ ਨਿਮਰਤਾ ਜਨਾਉਂਦਿਆਂ ਹੋਇਆਂ ਭਾਈ ਸਾਹਿਬ ਗੁਰਸਿੱਖ ਦੀ ਕਰਨੀ ਦੱਸਦੇ ਆ। ਕਹਿੰਦੇ ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ। ਗੁਰਮੁਖ ਜਿਹੜਾ ਕਹਾ ਲੈਣਾ ਬੜਾ ਸੁਖਾਲਾ ਹੈ, ਨਾਂ ਰਖਵਾ ਲੈਣਾ ਬੜਾ ਸੁਖਾਲਾ ਹੈ, ਪਰ ਹੋ ਜਾਣਾ ਗੁਰਮੁਖ ਬਹੁਤ ਔਖਿਆਲਾ ਹੈ, ਬੜਾ ਔਖਾ ਹੈ। ਗੁਰਮੁਖ ਕਹਾ ਲੈਣਾ ਸੌਖਾ, ਗੁਰਮੁਖ ਹੋ ਜਾਣਾ ਬੜਾ ਔਖਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਏ ਉਹਨਾਂ ਦੇ ਜੀਵਨ ਦਾ ਮੁਖੀਆ ਗੁਰੂ ਏ, ਉਹਨਾਂ ਦੇ ਮੁਖ ਵਿੱਚ ਗੁਰੂ ਏ। ਗੁਰੂ ਨਾਮ ਜਪਦੇ ਨੇ ਤੇ ਉਹਨਾਂ ਦੀ ਸੁਰਤ ਜਿਹੜੀ ਉਹ ਸ਼ਬਦ ਵਿੱਚ ਜੁੜ ਗਈ ਹੈ। ਉਹ ਉਪਦੇਸ਼ ਨੂੰ ਗ੍ਰਹਿਣ ਕਰਦੀ ਆ, ਉਹ ਉਪਦੇਸ਼ ਨੂੰ ਕਮਾਉਂਦੀ ਏ, ਧਿਆਉਂਦੀ ਏ। ਸ਼ਬਦ ਸੁਰਤ ਦਾ ਮਿਲਾਪ ਹੋਇਆ। ਜਿਸ ਵਕਤ ਜੀਵ ਦੁਨੀਆ ਦੇ ਵਿੱਚ ਆਇਆ ਨਾ, ਤੇ ਉਸ ਵਕਤ ਦੁਨੀਆ ਦੇ ਅੰਦਰ ਪ੍ਰਵੇਸ਼ ਕਰਦਿਆਂ, ਦੁਨੀਆ ਦੇ ਅੰਦਰ ਪਹਿਲਾ ਕਦਮ ਧਰਦਿਆਂ ਹੋਇਆਂ ਇਹਦੀ ਲਿਵ ਟੁੱਟ ਗਈ, ਸੁਰਤ ਟੁੱਟ ਗਈ ਪਰਮਾਤਮਾ ਨਾਲੋਂ। ਜਿਹਨੂੰ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਉਹ ਲਿਵ ਟੁੱਟੀ ਜਦੋਂ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਮਾਤਾ ਦੇ ਉਦਰ ਵਿੱਚ ਬੇਅੰਤ ਦੁੱਖ ਨੇ, ਔਰ ਕੋਝਾ ਜਿਹਾ ਸਮਾਂ ਹੈ, ਅਸਥਾਨ ਹੈ, ਪੁੱਠਾ ਜਿਹਾ ਲਟਕਿਆ ਹੋਇਆ ਸੋ ਉੱਥੇ ਸੁਰਤ ਨਹੀਂ ਟੁੱਟੀ। ਪਰ ਸੰਸਾਰ ਦਾ ਪ੍ਰਭਾਵ ਇੰਨਾ ਕੁ ਹੈ, ਸੰਸਾਰ ਦੇ ਵਿੱਚ ਪ੍ਰਵੇਸ਼ ਕਰਦਿਆਂ ਹੋਇਆਂ ਨਾਲ ਦੀ ਨਾਲ ਸੁਰਤ ਟੁੱਟ ਗਈ। ਉਹਨੂੰ ਸਾਹਿਬ ਨੇ ਬਚਨ ਕੀਤੇ, ਉਹਨੇ ਮਹਾਰਾਜ ਕਹਿੰਦੇ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤ ਲਾਇਆ। ਮਾਤਾ ਦੇ ਉਦਰ ਤੋਂ ਸੰਸਾਰ ਵਿੱਚ ਆਉਣ ਦੀ ਦੇਰੀ ਸੀ। ਭੁੱਲ ਗਿਆ ਵਾਹਿਗੁਰੂ, ਭੁੱਲ ਗਿਆ ਵਾਹਿਗੁਰੂ ਦਾ ਫਰਜ਼, ਭੁੱਲ ਗਿਆ ਵਾਹਿਗੁਰੂ ਦੀਆਂ ਗੱਲਾਂ ਤੇ ਦੁਨੀਆ ਨਾਲ ਜੁੜ ਗਿਆ। ਦਾਤਾ ਭੁੱਲ ਗਿਆ,
ਜਿਹੜੀ ਸੁਰਤ ਵਿੱਚ ਚਿੰਤਨ ਸੀ ਨਾ ਪਰਮਾਤਮਾ ਦਾ, ਉਹਦਾ ਚੇਤਾ ਭੁੱਲ ਗਿਆ। ਇੰਨੇ ਸਮੇਂ ਦੇ ਦੌਰਾਨ ਹੀ ਮਾਇਆ ਨੇ ਆਪਣਾ ਜਿਹੜਾ ਸੀ ਨਾ ਸਮਾਂ ਜਾਣ ਕੇ ਹੁਕਮ ਚਲਾ ਦਿੱਤਾ, ਆਪਣਾ ਵਾਰ ਕਰ ਦਿੱਤਾ। ਉਹ ਸੁਰਤ ਉਧਰ ਤਾਂ ਜੁੜ ਨਾ ਸਕੀ, ਨਿਰੰਕਾਰ ਵੱਲੋਂ ਟੁੱਟੀ, ਉਹ ਸੰਸਾਰ ਵੱਲੇ ਜੁੜ ਗਈ। ਜਦੋਂ ਸੁਰਤ ਉਧਰੋਂ ਟੁੱਟ ਗਈ ਤੇ ਸੰਸਾਰ ਮਾਇਆ ਦੇ ਹੁਕਮ ਨੂੰ ਕਬੂਲਿਓ ਨੇ, ਤੇ ਮਹਾਰਾਜ ਕਹਿੰਦੇ ਬਈ ਪਹਿਲੀ ਵਾਰ ਜੀਵ ਦਾ ਜਿਹੜਾ ਰੱਬ ਨਾਲੋਂ ਟੁੱਟਣਾ ਤੇ ਜਗਤ ਨਾਲ ਜੁੜਨਾ, ਮਾਇਆ ਦੇ ਸਹਿਤ ਹੋ ਕੇ ਉਹਦੇ ਬਚਨ ਨੂੰ ਕਬੂਲ ਕੇ, ਇਹ ਜੀਵ ਦਾ ਪਹਿਲਾ ਪ੍ਰੇਮ ਜਿਹੜਾ ਮਹਾਰਾਜ ਕਹਿੰਦੇ ਨੇ ਬਈ ਮਾਤਾ ਦੇ ਦੁੱਧ ਨਾਲ ਲੱਗ ਗਿਆ। ਪਰਮਾਤਮਾ ਨਾਲੋਂ ਸੁਰਤ ਟੁੱਟੀ ਤੇ ਜਦੋਂ ਛੋਟਾ ਜਿਹਾ ਬੱਚੇ ਖੇਲਦੇ ਹੋਵਣ ਨਾ, ਤੇ ਇੱਕ ਬੱਚੇ ਤੋਂ ਕੋਈ ਚੰਗਾ ਖਿਡੌਣਾ ਬੱਚਾ ਖੋਹ ਕੇ ਲੈ ਜਾਵੇ, ਔਰ ਉਹ ਬੱਚਾ ਜਵਾਕ ਰੋਂਦਾ ਹੋਇਆ ਮਾਂ ਕੋਲ ਆਉਂਦਾ, ਬਾਪ ਕੋਲ ਆਉਂਦਾ, ਮੈਨੂੰ ਖਿਡੌਣਾ ਦਵਾਓ। ਪਰ ਮਾਂ ਬਾਪ ਨੂੰ ਪਤਾ ਹੁੰਦਾ ਬਈ ਇਹ ਅਸੀਂ ਦਵਾ ਨਹੀਂ ਸਕਦੇ। ਉਹ ਕੀ ਕਰਦੇ ਨੇ ਫਿਰ, ਆਪਣੇ ਬੱਚੇ ਨੂੰ ਬਚਾਉਣ ਵਾਸਤੇ ਨਾ, ਚੁੱਪ ਕਰਾਉਣ ਵਾਸਤੇ ਨਿੱਕੇ ਨਿੱਕੇ ਖਿਡੌਣੇ ਉਹਦੇ ਮੂਹਰੇ ਕਈ ਧਰ ਦਿੰਦੇ। ਤੇ ਜਿਹੜੇ ਗਰੀਬ ਵਿਚਾਰੇ, ਕਿਸੇ ਕੌਲੀ ਖੜਕਾਤੀ, ਕਿਸੇ ਚਮਚਾ ਖੜਕਾਤਾ, ਕਿਸੇ ਨੇ ਉਹ ਨਿੱਕੇ ਨਿੱਕੇ ਛਣਕਣੇ ਜਿਹੇ ਲਿਆ ਕੇ ਜਿਹੜੇ ਆ ਖਿਡੌਣੇ ਜੇ ਉਹਨਾਂ ਨਾਲ ਵਰਚਾਤਾ। ਉਹ ਬੱਚਾ ਰੋਂਦਾ ਰੋਂਦਾ ਅਸਲੀ ਖਿਡੌਣਾ ਜਿਹਦੇ ਕਾਰਨ ਉਹ ਰੋਇਆ ਸੀ ਨਾ, ਉਹਨੂੰ ਭੁੱਲ ਜਾਂਦਾ ਹੈ ਤੇ ਦੂਜਿਆਂ ਦੇ ਵਿੱਚ ਪਰਚ ਜਾਂਦਾ ਹੈ। ਇਹੋ ਹਾਲਾਤ ਜੀਵ ਦੇ ਹੋਏ। ਜਦੋਂ ਇਹਦਾ ਜਨਮ ਹੋਇਆ ਨਾ, ਤੇ ਬੱਚਾ ਜਾਂ ਬੱਚੀ ਇਹ ਜੀਵ ਰੋਇਆ, ਤੇ ਇਹਦੇ ਰੋਣ ਦਾ ਕਾਰਨ ਸੀ, ਦੁਨੀਆ ਦੇ ਲੋਗੋ ਮੇਰੇ ਕੋਲੋਂ ਖੁੱਸ ਗਿਆ ਜੇ, ਸਤਨਾਮ ਵਾਹਿਗੁਰੂ। ਜੇ ਕੋਈ ਸੁਣਦਾ ਗਿਣਦਾ ਹੈ, ਮੇਰੇ ਤੇ ਤਰਸ ਕਰੋ, ਮੈਨੂੰ ਉਹ ਨਾਮ ਮਿਲ ਜਾਵੇ, ਉਹ ਮੇਰੀ ਲਿਵ ਜੁੜ ਜਾਏ, ਮੇਰਾ ਉਹ ਰਸ ਬਣ ਜਾਏ। ਭਗਤ ਬਾਬਾ ਰਵਿਦਾਸ ਜੀ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ। ਜਦੋਂ ਜਨਮ ਹੁੰਦਾ ਹੈ ਨਾ, ਕਿਸੇ ਇੱਕ ਦਿਨ ਕਿਸੇ 2 ਦਿਨ ਲਿਖਿਆ ਬਈ ਮਾਂ ਦਾ ਦੁੱਧ ਨਾ ਲਿਆ ਤੇ ਰੋਈ ਜਾਵੇ ਬੱਚਾ। ਤੇ ਬੜੇ ਚਿਰ ਬਾਅਦ ਘਰ ਅੰਦਰ ਔਲਾਦ ਹੋਈ ਤੇ ਬਾਬਾ ਸੰਤੋਖ ਦਾਸ ਜੀ ਬਾਹਰ ਨਿਕਲੇ, ਬੇਚੈਨ ਨੇ। ਉਸ ਵੇਲੇ ਦੀ ਅਧਿਆਤਮਕ ਸ਼ਖਸੀਅਤ ਸਵਾਮੀ ਰਾਮਾਨੰਦ ਜੀ ਜਾ ਰਹੇ ਸਨ। ਹੱਥ ਬੰਨ੍ਹ ਕੇ ਬੇਨਤੀ ਕੀਤੀ, ਸਵਾਮੀ ਜੀ ਰੱਬ ਨੇ ਦਾਤ ਤਾਂ ਦੇ ਦਿੱਤੀ ਆ, ਪਰ ਲੱਗਦਾ ਹੈ ਬਈ ਵਾਪਸ ਚਲੀ ਜਾਵੇਗੀ। ਕਿਉਂ? ਬੱਚੇ ਨੇ 1-2 ਦਿਨ ਹੋ ਗਏ ਜਨਮ ਲਏ ਨੂੰ, ਦੁੱਧ ਨਹੀਂ ਮਾਂ ਦਾ ਚੁੰਘਿਆ ਸੋ ਤੇ ਰੋਈ ਜਾਂਦਾ ਹੈ। ਤੇ ਸਵਾਮੀ ਨੇ ਜਰਾ ਕੁ ਧਿਆਨ ਧਰਿਆ, ਬਾਬਾ ਸੰਤੋਖ ਦਾਸ ਦੀ ਕੁਟੀਆ ਵਿੱਚ ਚਲੇ ਗਏ, ਉਹਦੇ ਘਰ ਵਿੱਚ ਚਲੇ ਗਏ। ਮੈਂ ਨਹੀਂ ਇਹਦੋਂ ਪਹਿਲਾਂ ਪੜ੍ਹਿਆ ਬਈ ਕਿਤੇ ਬਾਬਾ ਸੰਤੋਖ ਦਾਸ ਦੇ ਘਰ ਸਵਾਮੀ ਰਾਮਾਨੰਦ ਜੀ ਗਏ ਹੋਣ। ਔਰ ਸਵਾਮੀ ਰਾਮਾਨੰਦ ਜੀ ਗਏ ਤੇ ਬੱਚਾ ਰੋਵੇ, ਸਿਰ ਤੇ ਹੱਥ ਧਰ ਕੇ ਕੰਨ ਲੱਗੇ, ਮੁੱਖ ਕਰਕੇ ਵਿਦਵਾਨ ਮਹਾਂਪੁਰਸ਼ ਕਹਿੰਦੇ ਬਈ ਜਿਹੜੀ ਗੱਲ ਤੋਂ ਡਰਦਾ ਹੈ ਨਾ, ਉਹ ਨਹੀਂ ਹੋਵੇਗੀ। ਮਾਇਆ ਤੇਰੇ ਤੇ ਪ੍ਰਭਾਵ ਨਹੀਂ ਪਾਵੇਗੀ, ਭਗਵਾਨ ਸਦਾ ਚੇਤੇ ਰਵੇਗਾ। ਉਹ ਟੁੱਟੀ ਗੰਢਣ ਵਾਲਾ ਮਿਲ ਗਿਆ ਤੇ ਚੁੱਪ ਕਰ ਗਿਆ, ਅਸਲੀ ਖਿਡੌਣਾ ਉਹਨੂੰ ਮਿਲ ਗਿਆ। ਸੰਸਾਰ ਦੇ ਅੰਦਰ ਜੀਵਾਂ ਦੀ ਸੁਰਤ ਟੁੱਟਦੀ, ਉਹ ਜੋ ਉਹਨਾਂ ਨੂੰ ਜੋੜਨ ਵਾਲਾ ਕੋਈ ਮਿਲਦਾ ਨਹੀਂ, ਜੋੜਨਹਾਰੂ ਸੰਤ ਕੋਈ ਐਸਾ ਸਾਧਨਾ ਸੰਪੰਨ ਮਿਲਦਾ ਨਹੀਂ ਜਿਹੜਾ ਟੁੱਟੀ ਬਿਰਤੀ ਨੂੰ ਗੰਢ ਦੇਵੇ। ਔਰ ਗੁਰੂ ਦੀ ਕਿਰਪਾ ਤੋਂ ਬਗੈਰ ਗੰਢੀ ਨਹੀਂ ਜਾਂਦੀ, ਕਿਉਂਕਿ ਟੁੱਟੀ ਗੰਢਨਹਾਰ ਗੋਪਾਲ ਸਰਬਜੀਆ ਆਪੇ ਪ੍ਰਤਪਾਲ। ਉਹ ਕਿਰਪਾ ਕਰੇ ਤਾਂ ਗੰਢੀ ਜਾਂਦੀ ਏ। ਜਦੋਂ ਸੁਰਤ ਉਧਰੋਂ ਟੁੱਟੀ, ਰੋਣ ਦਾ ਕਾਰਨ ਸੀ ਸੁਰਤ ਦਾ ਟੁੱਟਣਾ,
ਸੰਸਾਰ ਨੇ ਹੱਸਣਾ ਆਰੰਭ ਕਰਤਾ। ਜਿੰਨੇ ਵੈਦ ਹਕੀਮ ਡਾਕਟਰ ਇਹਨਾਂ, ਜਦੋਂ ਬੱਚਾ ਰੋਵੇ ਨਾ ਤੇ ਇਹਨਾਂ ਨੂੰ ਹੱਥੜੇ ਪੈ ਜਾਂਦੇ ਦਾਈਆਂ ਨੂੰ ਵੀ ਚੁੱਪ ਕਿਉਂ ਆ। ਜਦੋਂ ਰੋ ਪਏ ਤੇ ਇਹਨਾਂ ਦਾ ਅੰਦਾਜ਼ਾ ਹੁੰਦਾ ਵੀ ਜਿੰਦਾ ਸਹੀ ਸਲਾਮਤ। ਉਹਦੇ ਰੋਣ ਦਾ ਕਾਰਨ ਹੁੰਦਾ ਉਹਦੇ ਕੋਲੋਂ ਕੁਝ ਖੁੱਸ ਗਿਆ। ਉਹਨਾਂ ਨੇ ਸਮਝਿਆ ਨਹੀਂ ਤੇ ਕਹਿੰਦੇ ਨੂੰ ਭੁੱਖ ਲੱਗੀ ਏ ਤੇ ਮਾਂ ਦਾ ਦੁੱਧ ਦੇ ਦਿਓ। ਤੇ ਧਿਆਨ ਰੱਖਣਾ, ਮਾਂ ਦਾ ਦੁੱਧ ਬੱਚਾ ਭੱਜ ਕੇ ਨਹੀਂ ਪਕੜਦਾ। ਜਿਵੇਂ ਉਹ ਬੱਚਾ ਰੋਂਦਾ ਰੋਂਦਾ ਖਿਡੌਣਿਆਂ 'ਚ ਵਿਚਰਦਾ ਪਰਚਦਾ ਹੈ ਨਾ, ਤੇ ਇੱਧਰ ਵੀ ਬੱਚਾ ਜਿਹੜਾ ਮਾਂ ਦਾ ਦੁੱਧ ਨਹੀਂ ਪਕੜਦਾ, ਧੱਕੇ ਨਾਲ ਉਹਦੇ ਮੂੰਹ 'ਚ ਪਾਇਆ ਜਾਂਦਾ ਹੈ। ਉਹ ਆਊਂ ਆਊਂ ਕਰਦਾ ਰੋਂਦਾ ਰੋਂਦਾ ਐਸਾ 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 ਦੁੱਧ ਵਿੱਚ ਪਰਚਦਾ ਹੈ ਕਿ ਉਹਨੂੰ ਉਹ ਰਸ ਭੁੱਲ ਜਾਂਦਾ ਹੈ। ਸੰਸਾਰ ਦੇ ਦੁੱਧ ਰਸ ਵਿੱਚ ਲੱਗ ਕੇ ਬੁੱਧ ਮਾਰੀ ਜਾਂਦੀ, ਨਿਰੰਕਾਰ ਭੁੱਲ ਜਾਂਦਾ ਹੈ। ਤੇ ਮਹਾਰਾਜ ਨੇ ਮਾਧ ਰਾਗ ਦੀ ਵਾਰ ਅੰਦਰ ਇਹ ਬਚਨ ਕੀਤੇ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਮਹਾਰਾਜ ਕਹਿੰਦੇ ਰੱਬ ਨਾਲੋਂ ਪਿਆਰ ਟੁੱਟਿਆ ਤੇ ਜੀਵ ਦਾ ਪਹਿਲਾ ਪਿਆਰ ਜਿਹੜਾ ਮਾਂ ਦੇ ਦੁੱਧ ਨਾਲ ਲੱਗਾ। ਦੁਨੀਆ ਦੇ ਰਸ ਆਉਣ ਲੱਗੇ, ਦੁਨੀਆ ਦੇ ਰਸਾਂ ਵਿੱਚ ਮਗਨ ਹੋ ਗਿਆ, ਦਾਤੇ ਵਾਲੇ ਰਸ ਨੂੰ ਔਰ ਭੁੱਲ ਗਿਆ। ਜਿਨ੍ਹਾਂ ਨੂੰ ਚੱਲਦਿਆਂ ਹੋਇਆਂ ਸੰਸਾਰ ਵਿੱਚ ਕਿਤੇ ਸੂਝ ਮਿਲੀ, ਸੰਗਤ ਪ੍ਰਾਪਤ ਹੋਈ, ਸਮਝ ਆਈ ਕਿ ਇਹ ਤਾਂ ਦੁਨਿਆਵੀ ਰਸ ਨੇ, ਦਾਤੇ ਵਾਲਾ ਰਸ ਜਿਹੜਾ ਹੈ ਉਹ ਖੁੱਸ ਗਿਆ ਹੈ। ਉਹਨਾਂ ਸਤਸੰਗੀ ਹੋਣਾ ਸ਼ੁਰੂ ਕੀਤਾ, ਗੁਰੂ ਕੁਲ ਆਉਣਾ ਸ਼ੁਰੂ ਕੀਤਾ, ਗੁਰੂ ਤੋਂ ਉਪਦੇਸ਼ ਲਿਆ। ਫਿਰ ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਉਹਨਾਂ ਕੰਨਾਂ ਨਾਲ ਸੁਣਿਆ, ਉਹਦਾ ਆਰਾਧਨ ਕਰਨ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੋਇਆ ਕਿ ਉਹ ਆਪਣੀ ਉਸ ਲਿਵ ਨੂੰ ਗੰਢਣ ਦਾ ਯਤਨ ਕਰਦੇ ਨੇ। ਜਦੋਂ ਤਰਲਾ ਲਿਆ ਬਾਣੀ ਪੜ੍ਹ ਕੇ, ਸੇਵਾ ਕਰਕੇ, ਮੇਰੇ ਮਾਲਕਾ ਇੰਨੀ ਕੁ ਕਿਰਪਾ ਕਰਕੇ ਸਾਨੂੰ ਦਰਸਾ ਦੇ, ਇਹ ਟੁੱਟੀ ਗੰਢੀ ਕਿਵੇਂ ਜਾਵੇਗੀ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾਮ ਜਪ, ਬਾਣੀ ਪੜ੍ਹ, ਬਾਣੀ ਸੁਣ, ਭਰੋਸਾ ਕਰ, ਉਹ ਗੰਢ ਤੇਰੀ ਪੈ ਜਾਵੇਗੀ। ਜਿਵੇਂ ਜਿਵੇਂ ਅੰਦਰ ਨੂੰ ਧਿਆਨ ਧਰੇਂਗਾ, ਉਹ ਜੀਵ ਨੇ ਜੁੜਨਾ ਆਰੰਭ ਕਰ ਦਿੱਤਾ। ਗੁਰੂ ਵੱਲ ਨੂੰ ਸੁਣਿਆ, ਤੁਰਿਆ ਤੇ ਉਪਦੇਸ਼ ਜੋ ਗੁਰੂ ਨੇ ਦਿੱਤਾ ਉਹ ਸਿੱਖਾਂ ਨੇ ਕੰਨਾਂ ਨਾਲ ਸੁਣਿਆ। ਤੇ ਜਿਨ੍ਹਾਂ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਦਰ ਪ੍ਰੇਮ ਨਾਲ ਜਪਿਆ, ਤੇ ਪਤਾ ਸੀ ਰੱਬ ਨਾਲੋਂ ਦੂਰ ਹੋ ਕੇ, ਦਾਤੇ ਨਾਲੋਂ ਦੂਰ ਹੋ ਕੇ ਮਨ ਨੂੰ ਮੈਲ ਲੱਗੀ ਏ ਤੇ ਜਨਮਾਂ ਜਨਮਾਂਤਰਾਂ ਵਿੱਚ ਦੂਰ ਹੋਣ ਕਰਕੇ ਭਟਕੇ ਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ, ਇਹਨੂੰ ਧੋਣਾ ਹੈ, ਇਹਨੂੰ ਪਵਿੱਤਰ ਕਰਨਾ ਹੈ, ਤਾਂ ਜੁੜਿਆ ਜਾਣਾ ਹੈ। ਫਿਰ ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਉਹ ਜਿਹੜੀ ਮੈਲ ਸੀ ਨਾ, ਸਤ ਸੰਗਤ ਵਿੱਚ ਆ ਕੇ ਨਾਮ ਜਪ ਕੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਅੰਤਰਗਤ ਤੀਰਥ ਮਲ ਨਹਾਓ। ਆਪਣੇ ਅੰਦਰ ਮਲ ਮਲ ਕੇ ਮਨ ਨੂੰ ਧੋਤਾ, ਉਹ ਸ਼ੁੱਧ ਪਵਿੱਤਰ ਹੋਇਆ ਤੇ ਪਰਮਾਤਮਾ ਨਾਲ ਜੁੜਿਆ। ਤੇ ਫਿਰ ਉਹਨਾਂ ਦੇ ਅੰਦਰ ਦੇ ਭਾਵ ਵੀ ਦੁਨੀਆ ਨਾਲੋਂ ਵੱਖਰੇ ਹੋਏ ਤੇ ਬਾਹਰ ਦੇ ਵੀ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ। ਉਹਨਾਂ ਦਾ ਸੰਸਾਰੀਆਂ ਨਾਲੋਂ ਵੱਖਰੇ ਵਿਚਾਰ ਹੋ ਗਏ, ਸੰਸਾਰ ਨਾਲ ਨਹੀਂ ਰਲਦੇ, ਔਰ ਵੱਖਰੇ ਨਿਰੰਕਾਰ ਵਾਲੇ ਵਿਚਾਰ ਏ। ਭਗਤਾ ਤੈਸੈ ਸਾਰੀਆ, ਜੋੜ ਕਦੇ ਨਾ ਆਇਆ। ਸੰਸਾਰੀ ਨੇ ਆਪਣੇ ਫਾਇਦੇ ਦੀ ਗੱਲ ਕਰਨੀ ਹੈ, ਨਿਰੰਕਾਰ ਦੇ ਪਿਆਰੇ ਨੇ ਉਹ ਗੱਲ ਕਰਨੀ ਜਿਹੜੀ ਰੱਬ ਨੂੰ ਚੰਗੀ ਲੱਗੇ। ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਇਹ ਚਾਲ ਨਿਰਾਲੀ ਗੁਰਮੁਖੀ। ਗੁਰ ਦੀਖਿਆ, ਗੁਰੂ ਦੀ ਸਿੱਖਿਆ ਸੁਣ ਕੇ ਮਨ ਭਿੰਨੇ, ਮਨ ਭਿੱਜ ਗਿਆ, ਉਹ ਅੰਦਰੋਂ ਰਸ ਵਾਲਾ ਬਣ ਗਿਆ। ਉਹਨਾਂ ਗੁਰਮੁਖਾਂ ਦੀ ਗੱਲ ਭਾਈ ਗੁਰਦਾਸ ਸਾਹਿਬ ਕਰਦੇ ਨੇ। ਭਾਈ ਸਾਹਿਬ ਕਹਿੰਦੇ ਉਹ ਗੁਰਮੁਖ ਐਸੇ ਨੇ, ਔਰ ਉਹਨਾਂ ਦਾ ਜਿਹੜਾ ਹੈ ਸ਼ਬਦ ਤੇ ਸੁਰਤ ਦਾ ਮਿਲਾਪ ਹੋ ਗਿਆ ਹੈ।
ਸ਼ਬਦ ਦੇ ਅਰਥ ਬ੍ਰਹਮ ਵੀ ਆਉਂਦੇ ਨੇ, ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਤੇ ਸ਼ਬਦ ਮੈਂ ਨਾ ਸ਼ਬਦ ਜੋ ਆਪਾਂ ਪੜ੍ਹਦੇ ਸ਼ਬਦ ਗੁਰੂ ਰੂਪ ਹੈ। ਕਹਿੰਦੇ ਉਹਦੇ ਨਾਲ ਸੁਰਤ ਜੁੜ ਗਈ, ਤੇ ਉਹਦੇ ਸੁਰਤ ਦੇ ਨਾਲ ਸਿਮਰਨ ਕਰਨ ਨਾਲ ਨਾ, ਬਾਹਰ ਦਾ ਸਿਮਰਨ ਕਰਦੇ ਆ ਇਸ ਲਈ ਬੋਲਦੇ ਸੁਰਤ 'ਚ ਚਲਾ ਜਾਏ। ਔਰ ਜਦੋਂ ਸੁਰਤ 'ਚ ਸਿਮਰਨ ਚੱਲਦਾ ਹੈ ਨਾ, ਉਸ ਵੇਲੇ ਗੁਰਮੁਖੋ ਬਾਹਰ ਦੀ ਸੂਝ ਨਹੀਂ ਰਹਿੰਦੀ। ਤੇ ਜਿੰਨਾ ਚਿਰ ਸਾਡੇ ਜ਼ੁਬਾਨੀ ਗੁਲਾਮੀ ਚੱਲਦਾ ਜ਼ਬਾਨ ਤੇ ਨਾ, ਉਨਾ ਚਿਰ ਬਾਣੀ ਪੜ੍ਹੀਏ, ਸਿਮਰਨ ਕਰੀਏ, ਤੇ ਯਾਦ ਰੱਖਣਾ ਚਿੱਤ ਜਿਹੜਾ ਹੈ ਉਲਟਾ ਪੁਲਟੀ ਕੀਤੀ ਜਾਂਦਾ, ਚਿੱਤ ਦੇ ਵਿੱਚ ਕੁਝ ਹੋਰ ਘੁੰਮੀ ਜਾਂਦਾ, ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਗੱਲਾਂ ਮੂਹਰੇ ਆਉਂਦੀਆਂ, ਕਿਹੜੀ ਮੂਵੀ ਮੂਹਰੇ ਚਲਾ ਕੇ ਧਰ ਦਿੰਦਾ। ਨਿਤਨੇਮ ਕਰਦਿਆਂ ਵੀ, ਸਿਮਰਨ ਕਰਦਿਆਂ ਵੀ, ਔਰ ਸੰਗਤ ਵਿੱਚ ਬੈਠਿਆਂ ਵੀ, ਜਦੋਂ ਉਹ ਸੁਰਤ ਜੁੜਦੀ ਏ ਉਦੋਂ ਵਿਚਾਲੇ ਕੋਈ ਨਹੀਂ ਆਉਂਦਾ, ਉਦੋਂ ਰੱਬ ਆਉਂਦਾ। ਫਿਰ ਲਿਵ ਉਹ ਜਿਹੜੀ ਟੁੱਟੀ ਹੋਈ ਆ ਨਾ, ਉਹ ਲੀਨਤਾ ਹਾਸਲ ਕਰ ਲੈਂਦੀ ਏ। ਉਹ ਕਿੱਥੇ ਆ ਕੇ ਹੋਣੀ? ਸਾਧ ਸੰਗ। ਉਹ ਸਾਧ ਸੰਗਤ ਦੇ ਵਿੱਚ ਬਾਹਰੋਂ ਵੀ ਧੁਨ ਦਾਤੇ ਦੀ, ਅੰਦਰੋਂ ਵੀ ਜਿਹੜਾ ਉਤਸ਼ਾਹ ਦਾਤੇ ਨੂੰ ਮਿਲਦਾ ਹੈ, ਉਹ ਸਾਧ ਸੰਗਤ ਵਿੱਚ ਆ ਕੇ, ਜਿਹਨੂੰ ਮਹਾਰਾਜ ਕਹਿੰਦੇ ਆ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਖਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਸੰਖੇਪ ਚ ਅਰਜ ਕਰਾਂ, ਮਹਾਰਾਜ ਨੇ ਜੋ ਬਚਨ ਕਹਿ, ਭਾਈ ਸਾਹਿਬ ਕਹਿੰਦੇ ਐਸੇ ਗੁਰਸਿੱਖ ਨੇ ਉਹ ਟੁੱਟੀ ਹੋਈ ਲਿਵ ਨੂੰ ਬਾਹਰੋਂ ਜੋੜਦੇ ਨੇ, ਔਰ ਜੋੜਦੇ ਉਹਨਾਂ ਨੂੰ ਇੱਕ ਧਿਆਨ ਰੱਖਣਾ ਪਤਾ, ਇਹ ਲਿਵ ਆਕਾਂਤ ਵਿੱਚ ਜੁੜੀ ਸੀ, ਤੇ ਉਦੋਂ ਜੀਵ ਨੂੰ ਚੌਗਿਰਦੇ ਕੋਈ ਦਿਸਦਾ ਨਹੀਂ ਸੀ, ਗੁਫਾ ਸੀਗੀ ਮਾਤਾ ਦਾ ਉਦਰ। ਤੇ ਜਦੋਂ ਲਿਵ ਜੋੜਨ ਦੀ ਗੱਲ ਆਉਂਦੀ ਨਾ ਸੁਰ ਦੀ, ਬਾਹਰ ਵੀ ਮਨੁੱਖ ਆਕਾਂਤ ਭਾਲਦਾ ਹੈ, ਬਾਹਰ ਵੀ ਇਹ ਇਕੱਲਾ ਬੈਠ ਕੇ ਸੁਰਤ ਨੂੰ ਜੋੜਦਾ ਨਾ ਇਕੱਲੇ। ਔਰ ਤੁਸੀਂ ਬਾਣੀ ਪੜ੍ਹਨੀ ਹੈ, ਸੰਗਤ ਕਰਨੀ, ਇਕੱਠੇ ਕਰ ਸਕਦੇ, ਅਭਿਆਸ ਇਕੱਲੇ ਬੈਠ ਕੇ ਕਰਨਾ ਪਵੇਗਾ, ਨਹੀਂ ਤੇ ਨਜ਼ਰ ਉਹ ਖੇੜੇਗੀ ਕਦੇ ਇੱਧਰ ਨੂੰ ਕਦੇ ਉੱਧਰ ਨੂੰ। ਇਸ ਕਰਕੇ ਬਾਹਰ ਵੀ ਉਹ ਭੂਰੇ ਬੁਣਾਏ ਗਏ, ਬਾਹਰ ਵੀ, ਔਰ ਜਿਹਨੂੰ ਅੱਜ ਵੇਸਮੈਂਟ ਕਹਿੰਦੇ ਉਦੋਂ ਭੂਰਾ ਸ਼ਬਦ ਵਰਤ ਦਿੰਦੇ ਸਨ। ਗੱਲ ਸੀ ਇਕਾਗਰਤਾ ਬੈਠਣ ਦੀ। ਜੇ ਬਾਹਰ ਕੋਈ ਤੁਰਿਆ ਵੀ ਫਿਰਦਾ ਹੈ ਤੇ ਉੱਥੇ ਆਵਾਜ਼ ਦੂਜੀ ਉਹ ਧੁਨ ਨੂੰ ਆਪਣੇ ਵੱਲੇ ਕਰਸ਼ਿਤ ਨਾ ਕਰ ਸਕੇ, ਕਿਉਂਕਿ ਸੁਰਤ ਵਿੱਚ ਅਜੇ ਪਰਪੱਕਤਾ ਨਹੀਂ ਆਈ, ਟਿਕਾਓ ਵਿੱਚ ਟਿਕ ਜਾਵੇ ਬੈਠੇ ਉਸ ਸੁਰਤ ਨੂੰ ਲਿਵ ਜੋੜਨ ਵਾਸਤੇ। ਕਿਉਂਕਿ ਜਦੋਂ ਲਿਵ ਸਿਮਰਨ ਕਰਦਾ ਸੀ ਨਾ, ਉਦੋਂ ਵੀ ਗੁਫਾ ਸੀ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਉਹ ਗੁਪਤੇ ਨੌ ਸਾਰਿਆਂ ਕੋਲੇ, ਗੁਰਮੁਖਾਂ ਦਾ ਗੁਪਤ ਖੁੱਲਦਾ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇੱਕ ਨਾ ਗੁਰਦੁਆਰਾ ਲਾਏ ਭਾਵਨੀ, ਗੁਰੂ ਕੋਲ ਲਿਆ ਕੇ ਪ੍ਰੇਰਣਾ ਦੇ ਕੇ, ਗੁਰੂ ਨਾਲ ਜੋੜ ਕੇ ਅੰਦਰ ਭਾਵਨੀ ਲਾ ਦਿੱਤੀ। ਭਾਵਨਾ ਬਣ ਗਈ, ਸ਼ਰਧਾ ਬਣ ਗਈ, ਭਾਵਨਾ ਸੰਯੁਕਤ ਹਿਰਦਾ ਬਣ ਗਿਆ। ਇੱਕ ਨਾ ਗੁਰਦੁਆਰੇ ਲਾਏ ਭਾਵਨੀ ਤਹਿ, ਔਰ ਉਹਨਾਂ ਨੂੰ 10ਵਾਂ ਦੁਆਰ ਦਿਖਾਇਆ, ਜਿੱਥੋਂ ਰੱਬ ਨਾਲ ਮਿਲਣਾ ਹੈ, ਰੱਬ ਵੱਲ ਨੂੰ ਤੁਰਨਾ, ਉਹ ਦਿਖਾਇਆ। ਉਹ ਗੁਰਮੁਖੇ ਉਹ ਸਾਧ ਸੰਗਤ ਵਿੱਚ ਆ ਕੇ ਅੰਦਰ ਦੀ ਮੈਲ ਦੂਰ ਕੀਤੀ ਤੇ ਆਪਣੇ ਅੰਦਰ ਦੀ ਗੁਫਾ ਨੂੰ ਜਾਣਨ ਲੱਗਾ। ਗੁਫਾ ਬਾਹਰ ਦੀ ਇਕਾਗਰਤਾ ਬਣਾ ਕੇ ਅੰਦਰ ਸੁਰਤ ਨੂੰ ਉਤਾਰਨਾ ਹੈ, ਆਪਣੇ ਆਪ ਦੀ ਗੁਫਾ ਦੇ ਅੰਦਰ ਜਾਣਾ ਹੈ। ਤੇ ਜਿੱਥੇ ਆਵਾਜ਼ ਧੁਨ ਆਉਂਦੀ ਹੈ, ਮੈਂ ਅੱਗੇ ਵੀ ਕਈ ਵਾਰ ਬਿਆਨ ਕੀਤਾ, ਜਿੰਨੀ ਕੁ ਸਤਿਗੁਰੂ ਸੂਝ ਬਖਸ਼ਦੇ ਨੇ, ਔਰ ਇਹਦੇ ਅੰਦਰ ਜਿਵੇਂ ਉਤਰਾਂਗੇ ਆਵਾਜ਼ ਵਧੇਗੀ। ਆਵਾਜ਼ ਨਹੀਂ ਵੱਧਦੀ, ਅਸੀਂ ਉਹ ਧੁਨ ਦੇ ਨੇੜੇ ਹੁੰਨੇ ਜਾਂਦੇ ਹਾਂ, ਔਰ ਨੇੜੇ ਹੁੰਦੇ ਜਾਂਦੇ ਹਾਂ ਉਹ ਆਵਾਜ਼ ਦੇ। ਕਹਿਣ ਲੱਗੇ ਤਿਰਗੁਣ ਆਤੀਤ ਚੀਤ ਆਸਾ ਮੈਂ ਨਿਰਾਸ ਹੈ। ਤਿਰਗੁਣ ਮਾਇਆ ਦੇ 3 ਗੁਣ ਰਜੋ ਸਤੋ ਤਮੋ, ਇਹਦੇ ਤੋਂ ਅਤੀਤ, ਇਹਨਾਂ ਤੋਂ ਰਹਿਤ ਹੁੰਦਾ। ਜਿਹੜਾ ਰੱਬ ਵੱਲ ਨੂੰ ਚੱਲਦਾ ਹੈ, ਇਹਨਾਂ ਦਾ ਗੁਲਾਮ ਨਹੀਂ ਹੁੰਦਾ, ਇਹਨਾਂ ਤੋਂ ਰਹਿਤ ਹੁੰਦਾ ਹੈ।
ਤੇ ਚੀਤ ਚਿੱਤ ਵਿੱਚ ਜਿਹੜੀ ਆਸਾ ਇੱਛਾਵਾਂ ਨੇ ਉਪਜਦੀਆਂ, ਉਥਲ ਪੁਥਲ ਮਚਾਉਂਦੀਆਂ, ਤੇ ਇਹਨਾਂ ਤੋਂ ਵੀ ਚਿੱਤ ਵਿੱਚੋਂ ਉਦਾਸ ਨਿਰਹਿਤ ਹੋ ਜਾਂਦਾ, ਨਿਰਾਸ਼। ਇਹਨਾਂ ਦੀ ਆਸ ਕੋ ਨਹੀਂ ਕਰਦਾ ਕਿ ਮੈਨੂੰ ਕੋਈ ਆ ਮਿਲੇ ਉਹ ਮਿਲੇ। ਉਹ ਤਾਂ ਕਹਿੰਦਾ ਆਸਾ ਕਰੀਏ ਰਾਮ ਕੀ, ਅਵਰਹਿ ਆਸ ਨਿਰਾਸ਼। ਹੋਰ ਪਾਸੋਂ ਨਿਰਇਛਤ ਹੋਦਾ। ਇੱਛਾ ਕਰਨੀ ਹੈ ਪ੍ਰਗਟ ਤੇ ਰੱਬ ਦੀ ਕਰ, ਕਿਉਂਕਿ ਰੱਬ ਸਾਰੀਆਂ ਇੱਛਾ ਪੂਰੀਆਂ ਕਰ ਦੇਵੇਗਾ। ਅੱਜ ਗੁਰੂ ਰਾਮਦਾਸ ਸਾਹਿਬ ਨੇ ਤਰੁੱਠ ਕੇ ਕਿਰਪਾ ਕੀਤੀ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਉਹ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਦਾਤਾ ਹੈ, ਉਹਦੀ ਇੱਛਾ ਕਰ। ਤੇ ਜਦੋਂ ਉਹ ਆ ਗਿਆ ਨਾ, ਉਦੋਂ ਸਾਰੀਆਂ ਇੱਛਾ ਪੂਰੀਆਂ ਹੋ ਜਾਣੀਆਂ, ਅਧੂਰੀ ਰਹਿਣੀ ਕੋਨੀ। ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ। ਜਦੋਂ ਉਹਨੂੰ ਪਾ ਲਿਆ ਫਿਰ ਕੋਈ ਇੱਛਾ ਅਧੂਰੀ ਰਹਿਣੀ ਕੋਨੀ। ਮਹਾਰਾਜ ਕਹਿੰਦੇ ਇੱਧਰੋਂ ਨਿਰਾਸ਼, ਤੇ ਜਦੋਂ ਇਹ ਨਿਰਾਸ਼ਤਾ ਵਾਲਾ ਨਿਰਸਤਾ ਵਾਲਾ ਪਤਾ ਲੱਗ ਗਿਆ ਨਾ ਗੁਰਮੁਖ ਨੂੰ, ਇਹ ਤਾਂ ਦੁਨੀਆ ਦੇ ਰਸਾਂ ਨੇ ਮੈਨੂੰ ਆਉਂਦੇ ਨੂੰ ਜਕੜ ਲਿਆ, ਫਿਰ ਮੇਰੇ ਸਾਹਿਬ ਕਹਿੰਦੇ ਆ, ਮਹਾਰਾਜ ਕਹਿੰਦੇ ਰਾਰਾ ਰਸ ਨਿਰਸ ਕਰ ਜਾਂਦੇ ਆ। ਆ ਜਿਨ੍ਹਾਂ ਨੂੰ ਅਸੀਂ ਰਸ ਸਮਝਿਆ ਨਾ, ਗੁਰਮੁਖਾਂ ਨੇ ਜਾਣ ਲਿਆ ਤਾਂ ਐਵੇਂ ਨਿਰਸ ਬਕ ਬਕੇ ਫਿੱਕੇ ਨੇ, ਨਾ ਤਾਂ ਸਾਨੂੰ ਫਸਾਇਆ ਹੋਇਆ ਇਹ ਚਸਕੇ ਦੇ ਵਿੱਚ। ਔਰ ਰਾਰਾ ਰਸ ਨਿਰਸ ਕਰ ਜਾਣਿਆ ਹੋਏ, ਨਿਰਸ ਇਧਰੋਂ ਰਹਿਤ ਹੋ ਕੇ ਸੋ ਰਸ ਪਹਿਚਾਨਿਆ। ਨਾਮ ਵਾਲਾ ਭਗਵਾਨ ਵਾਲਾ ਪਾਸਾ ਪਤਾ ਲੱਗ ਗਿਆ ਕਿ ਕੋਈ ਸ਼ਬਦ ਹੈ, ਕੋਈ ਦੇ ਸੁਰਤ ਜੁੜੀ ਸੀ, ਟੁੱਟੀ ਆ, ਸਮਝ ਆਉਣ ਲੱਗ ਪਈ। ਜਿਹੜੇ ਬੰਦੇ ਨੂੰ ਇਹ ਨਹੀਂ ਨਾ ਗੁਰਮੁਖੋਂ ਪਤਾ ਲੱਗਾ ਕਿ ਮੈਂ ਵਿਛੜਿਆ, ਮੈਂ ਕਿਦਿਓਂ ਆਇਆ, ਤੇ ਉਹਨੇ ਖਾਕ ਉਪਰਾਲਾ ਕਰਨਾ ਮਿਲਣ ਦਾ ਜਾਂ ਉੱਥੇ ਪਹੁੰਚਣ ਦਾ। ਉਹੀ ਪਹੁੰਚਣ ਦਾ ਉਪਰਾਲਾ ਕਰੇਗਾ ਜਿਹਨੂੰ ਮੰਜ਼ਲ ਦਿਸੀ, ਜਿਹਨੂੰ ਮੰਜ਼ਲ ਦੀ ਸੂਝ ਆ ਗਈ, ਉਹ ਚੱਲਣ ਦਾ ਯਤਨ ਕਰੇਗਾ, ਟੁਰਨ ਦਾ ਦੂਜਾ ਨਹੀਂ। ਮਹਾਰਾਜ ਕਹਿੰਦੇ ਉਹਨੇ ਹੋਏ ਨਿਰਸ, ਇਧਰੋਂ ਰਸਾਂ ਤੋਂ ਰਹਿਤ ਹੋ ਕੇ ਸੋ ਰਸ ਪਹਿਚਾਨਿਆ ਪਰਮਾਤਮਾ ਦੇ ਨਾਮ ਨੂੰ, ਗਿਆਨ ਨੂੰ, ਧਿਆਨ ਨੂੰ, ਸੁਰਤ ਨੂੰ। ਔਰ ਫਿਰ ਪੁੱਛਣ ਲੱਗ ਪਿਆ, ਬਈ ਕੋਈ ਹੈ ਐਸਾ ਗੁਰਸਿੱਖ ਪਿਆਰਾ ਜਿਹੜਾ ਮੈਨੂੰ ਢੰਗ ਤਰੀਕਾ ਦੱਸੇ, ਬਈ ਉਹ ਰਸ ਕਿਵੇਂ ਆਉਣਾ ਹੈ। ਹੁਣ ਨਾਮ ਨਾਮ ਸਾਰੇ ਕਹੀ ਜਾਂਦੇ, ਭਗਵਾਨ ਭਗਵਾਨ ਸਾਰੇ ਕਹੀ ਜਾਂਦੇ ਆ, ਉਹਨੂੰ ਜਪੀਏ ਕਿਵੇਂ ਤੇ ਜੁੜੀਏ ਕਿਵੇਂ। ਹੁਣ ਇਹ ਉਹ ਹੀ ਦੱਸੇਗਾ ਜਿਹੜਾ ਜੁੜਿਆ। ਮੈਂ ਕੱਲ ਵੀ ਬਿਆਨ ਕੀਤਾ ਸੀ, ਰਸਤੇ ਸਾਰੇ ਹੀ ਰੱਬ ਤੱਕ ਪਹੁੰਚਦੇ ਨੇ। ਇਹ ਵੱਖਰੀ ਬਾਤ ਹੈ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਨੂੰ ਆਉਣੇ ਆ ਨਾ, ਕਿਸੇ ਰਸਤੇ ਪਹਿਲਾਂ ਆ ਜਾਈਦਾ, ਕਿਸੇ ਰਸਤੇ ਦੂਰੀ ਨਾਲ ਆਈਦਾ, ਕਿਸੇ ਤੇ ਕਿੰਤੂ ਕਰਨ ਦਾ ਯਤਨ ਨਾ ਕਰਿਆ ਕਰੀਏ ਕਿ ਉਹ ਐਵੇਂ ਬੋਲੀ ਜਾਂਦਾ ਜੀ, ਆਏ ਯਤਨ ਕਰਿਆ ਕਰੀਏ ਚੱਲਣ ਦਾ, ਮੰਜ਼ਲ ਤੇ ਤਾਂ ਪਹੁੰਚਿਆ ਜਾਣਾ। ਕਿਸੇ ਤੇ ਕਿੰਤੂ ਕਰਨ ਦਾ ਮਤਲਬ ਨਹੀਂ। ਔਰ ਰਸਤਾ ਉਹ ਤੁਹਾਨੂੰ ਅਗਲਾ ਦੱਸਦਾ ਜੋ ਉਹਦੇ ਤਜਰਬੇ 'ਚ ਆਇਆ ਹੈ, ਜੋ ਉਹਨੇ ਦੇਖਿਆ ਹੈ, ਉਹਦੇ ਢੰਗ ਵਿੱਚ ਆਇਆ ਹੈ, ਉਹਨੇ ਉਹ ਦੱਸਿਆ ਹੈ। ਤੂੰ ਚੱਲਣ ਦਾ ਯਤਨ ਕਰ। ਜਿਨ੍ਹਾਂ ਖੰਡੇ ਬਾਟੇ ਦੀ ਪੌਲ ਲੈਂਦੇ ਨੇ ਨਾ, ਉਹਨਾਂ ਨੂੰ ਪੰਜੋ ਪਿਆਰੇ ਦੱਸਦੇ ਨੇ ਕਿਹੜਾ ਸਮਾਂ ਤੇ ਕਿਹੜੇ ਸਮੇਂ ਉੱਠਣਾ, ਕਿਹੜੇ ਸਮੇਂ ਜਪਣਾ, ਜੁੜਨਾ। ਔਰ ਫਿਰ ਵੀ ਗੁਰਸਿੱਖ ਮਹਾਤਮਾ ਬੜੇ ਜਿਹੜੇ ਔਰ ਅਭਿਆਸ ਵਿੱਚ ਜਿਨ੍ਹਾਂ ਗੱਲਾਂ ਲਿਆਂਦੀਆਂ ਨੇ, ਉਹਨਾਂ ਦਾ ਗੁਰਸਿੱਖ ਸੰਗਤਾਂ ਦਾ ਸੰਗ ਔਰ ਗੁਰਸਿੱਖ ਭਾਈ ਤੋਂ ਪੁੱਛ ਕੇ ਕਿਵੇਂ ਚੱਲਣਾ, ਜੁੜਨਾ, ਤੇ ਉਹਦੇ ਨਾਲ ਜੀਵਨ ਆਨੰਦਿਤ ਹੁੰਦਾ ਹੈ। ਉਹ ਇਹਨਾਂ ਰਸਾਂ ਨੂੰ ਛੱਡ ਕੇ ਫਿਰ ਉਹ ਪੁੱਛਦਾ ਹੈ, ਤੇ ਪੁੱਛ ਕੇ ਫਿਰ ਉਹ ਚੱਲਦਾ ਹੈ, ਤੇ ਚੱਲਦਾ ਚੱਲਦਾ ਜਿਵੇਂ ਜਿਵੇਂ ਤੁਰਦਾ ਹੈ ਨਾ, ਨਸੂਹਾ ਹੈ ਨਾ, ਪਤਾ ਕੋਈ ਨਹੀਂ। ਜਦੋਂ ਆਪਾਂ ਕਿਸੇ ਅਣਜਾਣ ਪੁਣੇ ਵਿੱਚ ਕਿਸੇ ਅਣਜਾਣ ਪਾਸੇ ਚਲੇ ਜਾਈਏ ਤੇ ਆਪਾਂ ਪੈਰ ਪੈਰ ਤੇ ਪੁੱਛਦੇ, ਔਰ ਕਿੱਧਰ ਨੂੰ ਜਾਣਾ, ਉਹ ਐਉਂ ਪੁੱਛਦਾ ਜਾਂਦਾ ਹੈ, ਨੇੜੇ ਪਹੁੰਚਦਾ ਜਾਂਦਾ ਹੈ। ਤੇ ਉਹ ਰਸ ਫਿਰ ਉਹਨੇ ਇੱਧਰਲੇ ਛੱਡ ਦਿੱਤੇ। ਇਹ ਵੱਖਰੀ ਗੱਲ ਹੈ। ਕੋਈ ਕਹਿੰਦਾ ਜੀ ਮੈਂ 12 ਸਾਲ ਹੋ ਗਏ ਮੱਥਾ ਮਾਰਦਾ ਰਿਹਾ ਜੀ, ਕੁਝ ਨਹੀਂ ਮਿਲਿਆ। ਇੰਗਲੈਂਡ ਦੇ ਵਿੱਚ ਨਾ ਸ਼੍ਰੀਮਾਨ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਦੱਸਦੇ, ਬੜੀ ਪੁਰਾਣੀ ਗੱਲ ਉਹਨਾਂ ਨੇ ਅੰਕਿਤ ਕੀਤੀ। ਕਹਿੰਦੇ ਕਿਸੇ ਆਦਮੀ ਨੇ ਇੱਕ ਪਹਾੜੀ ਖਰੀਦ ਲਈ, ਸਰਕਾਰ ਨੇ ਪਹਾੜੀ,
ਉਹ ਬੋਲੀ ਤੇ ਲਾ ਦਿੱਤੀ $50,000 $50 ਲੱਖ ਤੇ ਉਹਨੇ ਆਖਿਆ ਵੀ $50 ਲੱਖ ਦੇਣਾ, ਪਹਾੜ ਦੇ ਵਿੱਚੋਂ ਨਿਕਲਣਾ ਸੋਨਾ ਤੇ ਮੈਂ ਅਰਬਾਂਪਤੀ ਬਣ ਜਾਣਾ। ਉਹਨੇ ਜੇ ਉਹ ਪਹਾੜ ਪਟੇ ਤੇ ਲੈ ਕੇ 100 ਮਸ਼ੀਨ ਇਕੱਠੀ ਲਾ ਦਿੱਤੀ। ਜਿਉਂ ਲੱਗਾ ਖੂਹ ਪੱਟਣ, ਜਿਉਂ ਲੱਗਾ ਉਹਨੇ 400 ਫੁੱਟ ਤੱਕ ਨਾ ਡੂੰਘੇ ਖੂਹ ਪੱਟੇ ਤੇ 100 ਮਸ਼ੀਨ ਲਾਈ। ਤੇ ਜਦੋਂ ਕੁਝ ਨਾ ਪੱਲੇ ਪਿਆ, ਨਿਰਾਸ਼ਤਾ ਹੱਥ ਆਈ ਤੇ ਮੱਥੇ ਨੂੰ ਹੱਥ ਮਾਰੇ ਉਹਨੇ ਅਖਬਾਰਾਂ 'ਚ। ਔਰ ਗਿਆਨੀ ਜੀ ਕਹਿੰਦੇ ਬਈ ਖਬਰ ਦੇਤੀ ਬਈ ਕੋਈ ਮੈਂ ਪਟਾ ਵੇਚਣਾ ਹੈ ਤੇ ਵੇਚ ਦਿਆਂਗਾ ਅੱਧੇ ਤੇ, $25 ਲੱਖ ਤੇ ਵੇਚ ਦਿਆਂਗਾ। ਔਰ ਕੋਈ ਖਰੀਦਦਾਰ ਆ ਗਿਆ, ਉਹਨੇ ਖਰੀਦ ਲਿਆ। ਜਦੋਂ ਲਿਖਾ ਪੜ੍ਹੀ ਹੋ ਗਈ $25 ਲੱਖ ਤੇ 50 ਉਹਨੇ ਭਰਿਆ ਸੀ ਤੇ 25 ਉਹਨੇ ਲੈ ਕੇ ਤੇ ਖੇੜ ਖੜਾ ਕੇ ਹੱਸਿਆ। ਤੇ ਜਿਹਨੇ 25 ਲੱਖ ਚੋਂ ਖਰੀਦਿਆ ਸੀ ਨਾ ਸਾਰਾ ਕੁਝ, ਕਹਿੰਦਾ ਬਈ ਤੂੰ ਹੱਸਿਆ ਕਿਉਂ? ਕਹਿੰਦਾ ਹੱਸਾਂ ਕਿਉਂ ਨਾ, ਤੇਰੀ ਮੂਰਖਤਾ ਤੇ ਮੈਂ ਹੱਸਿਆ। ਮੈਂ ਤਾਂ ਡੁੱਬਾ ਪਿਆ ਸਾਂ, ਕਮ ਸੇ ਕਮ ਤੂੰ ਮੈਨੂੰ ਅੱਧਾ ਤਾਂ ਕੱਢਿਆ ਨਾ। 25 ਲੱਖ ਤਾਂ ਮੇਰੇ ਹੱਥ ਆਇਆ ਨਾ, ਤੇ ਹੁਣ ਤੇਰੇ ਪੱਲੇ ਕੱਖ ਨਹੀਂ ਪੈਣਾ। ਮੈਂ ਤੇਰੀ ਮੂਰਖਤਾ ਤੋਂ, ਬੇਵਕੂਫੀ ਤੋਂ ਹੱਸਿਆ ਕਿ ਤੂੰ ਜਾਣ ਕੇ ਵੀ ਮੈਂ 400 ਫੁੱਟ ਪੱਟੀ ਬੈਠਾ ਹੈ, ਮੈਨੂੰ ਸੋਨਾ ਕਿਤੇ ਦਿਖਾਈ ਨਹੀਂ ਦਿੱਤਾ, ਤੈਨੂੰ ਕਿੱਥੋਂ ਮਿਲੇਗਾ? ਕਹਿੰਦਾ ਸੱਜਣਾ ਤੂੰ ਇਹ ਵਾਅਦਾ ਕਰ ਸਕਦਾ ਹੈ ਕਿ 400 ਫੁੱਟ ਤੱਕ ਮੈਂ ਪੁਟਾਈ ਕੀਤੀ, 100 ਥਾਂ ਤੋਂ ਮੈਨੂੰ ਸੋਨਾ ਨਹੀਂ ਮਿਲਿਆ। 400 ਫੁੱਟ ਔਰ 100 ਥਾਂ ਤੇ ਇੱਕੇ ਵਾਰ ਖੱਡੇ ਖੋਦੇ, ਸੋਨਾ ਨਹੀਂ ਮਿਲਿਆ। ਤੂੰ ਇਹ ਵਾਅਦਾ ਕਰ ਸਕਦਾ ਹੈ, ਪਰ ਇਹ ਵਾਅਦਾ ਨਹੀਂ ਕਰ ਸਕਦਾ ਵੀ ਅੱਗੇ ਇੱਥੇ ਸੋਨਾ ਹੈ ਹੀ ਨਹੀਂ। ਇਹ ਨਹੀਂ ਕਰ ਸਕਦਾ। ਕਹਿੰਦਾ ਚਲੋ ਦੇਖਾਂਗੇ। ਤੇ ਗਿਆਨੀ ਜੀ ਕਹਿੰਦੇ ਬਈ ਉਹਨੇ ਔਰ 2 ਫੁੱਟ ਹੀ ਥੱਲੇ ਹੋਰ ਪਟਾਈ ਕੀਤੀ। 400 ਤਾਂ ਉਹਨੇ ਕੀਤੀ ਸੀ, ਥੱਲੇ ਸੋਨੇ ਦੀਆਂ ਖਾਨਾਂ ਨਿਕਲ ਆਈਆਂ, ਮਾਲਾ ਮਾਲ ਹੋ ਗਿਆ। ਅਗਿਆਨਤਾ ਗੱਲ ਸਮਝਾ ਰਹੇ ਸਨ ਇੱਥੇ ਖੜੀ। ਬਈ ਸਜਣੋ ਕੋਈ ਤਾਂ ਕਹਿੰਦਾ ਜਿਵੇਂ 400 ਫੁੱਟ ਔਰ ਪਟਿਆ ਤੇ ਮੈਂ ਬੜਾ ਲੰਮਾ ਸਾਲ, ਮੈਨੂੰ 4 ਸਾਲ ਹੋ ਗਏ, ਮੈਨੂੰ 12 ਸਾਲ ਹੋ ਗਏ, 18 ਸਾਲ ਹੋ ਗਏ। ਬਈ ਇੱਥੇ ਉਹ ਕਹਿੰਦੇ ਨੇੜੇ ਪਹੁੰਚਿਆ ਵੀ ਨਾ, ਅੱਗੇ 2 ਫੁੱਟ ਹੋਰ ਪੱਟਣ ਤੋਂ ਡਰਦਾ ਹੈ। ਜੇ ਉਹ 2 ਫੁੱਟ ਪੱਟ ਲੈਂਦਾ ਤੇ ਗੱਲ ਬਣ ਜਾਂਦੀ। ਜਨਮਾਂ ਜਨਮਾਂਤਰਾਂ ਦੇ ਪਹਾੜ ਏ, ਪਤਾ ਨਹੀਂ ਕਿੰਨੀ ਕਿੰਨੀ ਮਲੀਨਤਾ ਅੰਦਰ ਏ। ਕਿਸੇ ਦੀ 2 ਦਿਨਾਂ ਨਾਲ ਗੱਲ ਬਣ ਜਾਂਦੀ, ਜਿਵੇਂ ਉਹਦੀ 2 ਫੁੱਟ ਪੱਟਣ ਨਾਲ ਬਣੀ, ਤੇ ਕਿਸੇ ਦੀ 400 ਫੁੱਟ ਨਾਲ ਵੀ ਨਹੀਂ ਬਣਦੀ, ਕਿਸੇ ਦੀ 4 ਜਨਮਾਂ ਨਾਲ ਵੀ ਨਹੀਂ ਬਣਦੀ, ਕਿਸੇ ਦੀ 4 ਸਾਲਾਂ ਨਾਲ ਵੀ ਨਹੀਂ ਬਣਦੀ। ਇਹ ਆਪਣਾ ਆਪਣਾ ਅਭਿਆਸ ਆ। ਜਿਵੇਂ ਉਹ ਜੁੜਦਾ ਹੈ, ਪਰਤ ਅੰਦਰੋਂ ਉਗੜਦੀ ਆਉਂਦੀ ਏ। ਇੱਕ ਦਿਨ ਸੋਨਿਆਂ ਦੀ ਖਾਨ, ਹੀਰਿਆਂ ਦੀ ਖਾਨ ਭਗਵਾਨ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਉਹ ਬਾਹਰੋਂ ਰਸਾਂ ਤੋਂ ਨਿਰਾਸ਼ ਹੋ ਜਾਂਦਾ ਹੈ। ਹੋਏ ਨਿਰਾਸ਼ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਦੁਨੀਆ ਵਾਲੇ ਰਸ ਫਿਰ ਅੱਛੇ ਨਹੀਂ ਲੱਗਦੇ। ਉਹ ਰੱਬ ਨਾਲ ਜੁੜ ਜਾਂਦਾ ਹੈ। ਸੰਖੇਪ ਚ ਅਰਜ਼ ਕਰਾਂ, ਭਾਈ ਸਾਹਿਬ ਕਹਿੰਦੇ ਨਾਮ ਨੇ ਕਾਮ ਧਾਮ ਸਹਿਜ ਸੁਭਾਏ ਹਿਰਦੇ। ਕਹਿੰਦੇ ਹਿਰਦੇ ਚ ਨਾਮ ਆਉਂਦਾ ਹੈ। ਜਦੋਂ ਨਾਮ ਆਉਂਦਾ ਨਾ ਹਿਰਦੇ ਚ ਨਿਹਕਾਮ, ਫਿਰ ਕਾਮਨਾਵਾਂ ਤੋਂ ਨਿਰਹਿਤ ਹੋ ਜਾਂਦਾ। ਔਰ ਉਹ ਕਾਮਨਾ ਤੋਂ ਰਹਿਤ ਹੋ ਕੇ ਭਗਵਾਨ ਨੂੰ ਮੰਗਦਾ, ਜਿਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਮਾਲਕ ਉਹਨੂੰ ਹੀ ਮਿਲਦਾ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਭਗਵਾਨ ਨੂੰ ਮੰਗਦਾ ਹੈ। ਗੁਸਤਾਖੀ ਮਾਫ, ਆਪਾਂ ਜਿੰਨੇ ਆਉਣੇ ਕੋਈ ਇੱਕ ਅੱਧਾ ਛੱਡ ਕੇ ਨਾ, ਭਗਵਾਨ ਨੂੰ ਮੰਗਣ ਕੋਈ ਨਹੀਂ ਆਉਂਦਾ, ਰੱਬ ਨੂੰ ਮੰਗਣ ਕੋਈ ਨਹੀਂ ਆਉਂਦਾ। ਸਭ ਉਹਦੀਆਂ ਦਾਤਾਂ ਹੀ ਲੈਣ ਆਉਣੇ ਆ। ਸਾਰੇ ਰੱਬ ਨੂੰ ਨਹੀਂ। ਕੋਈ ਸੁੱਖ ਲੈਣ ਆਉਂਦਾ ਹੈ, ਕੋਈ ਪੁੱਤ ਲੈਣ ਆਉਂਦਾ ਹੈ, ਕੋਈ ਦੁੱਧ ਲੈਣ ਆਉਂਦਾ ਹੈ, ਜੋ ਚਾਹੀਦਾ ਹੈ ਉਹ ਲੈਣ ਆਉਂਦਾ ਹੈ। ਕੋਈ ਵਿਰਲਾ ਇੱਕ ਅੱਧਾ ਸਤਸੰਗੀ ਹੋਵੇਗਾ ਜਿਹੜਾ ਕਹੇਗਾ ਨਹੀਂ ਮਹਾਰਾਜ ਮੈਨੂੰ ਫੌਜਾਂ ਨਹੀਂ ਚਾਹੀਦੀਆਂ, ਮੈਨੂੰ ਤੂੰ ਚਾਹੀਦਾ ਹੈ। ਜਿਵੇਂ ਅਰਜਨ ਨੇ ਕਿਹਾ ਸੀ ਨਾ ਕਿ ਮੈਨੂੰ ਫੌਜਾਂ ਨਹੀਂ ਚਾਹੀਦੀਆਂ, ਰੱਥ ਨਹੀਂ ਚਾਹੀਦੀਆਂ, ਬੱਗੀਆਂ ਨਹੀਂ ਚਾਹੀਦੀਆਂ, ਮੈਨੂੰ ਤਾਂ ਸ੍ਰੀ ਕ੍ਰਿਸ਼ਨ ਜੀ ਤੁਸੀਂ ਚਾਹੀਦੇ ਹੋ। ਮੇਰੇ ਰੱਥ ਤੇ ਬੈਠੋ ਤੇ ਤੁਸੀਂ ਮੇਰੇ ਰੱਥ ਨੂੰ ਸਹੀ ਦਿਸ਼ਾ 'ਚ ਲੈ ਗਏ
ਤੇ ਮੈਨੂੰ ਪਤਾ ਜਿਹਦੇ ਰੱਥ ਤੇ ਤੂੰ ਹੋਇਆ ਉਹਦੀ ਹਾਰ ਕਦੇ ਨਹੀਂ ਹੁੰਦੀ। ਕਦੇ ਜੀਵਨ ਦੇ ਰੱਥ ਤੇ ਮਾਲਕ ਨੂੰ ਬਿਠਾਈਏ। ਇਹ ਰੱਥ ਹੀ ਸਾਨੂੰ ਪੁੱਠੇ ਪਾਸੇ ਲੈ ਕੇ ਜਾਂਦਾ ਹੈ, ਕਿਉਂਕਿ ਇਹਦਾ ਰਥਵਾਹੀ ਮਾੜਾ ਹੈ। ਤਨ ਰਥ ਮਨ ਰਥਵਾਹੀ, ਮਹਾਰਾਜ ਇਹਦਾ ਰਥਵਾਹੀ ਤੂੰ ਬਣ। ਤੈਨੂੰ ਸਹੀ ਦਿਸ਼ਾ ਚਲ ਜਾਵੇਂਗਾ ਤੇ ਮਹਾਰਾਜ ਲਲਕਰੇ ਤਾਂ ਅਸੀਂ ਵੀ ਬਥੇਰੇ ਮਾਰੀ ਜਾਣੇ ਆ। ਜਦੋਂ ਤੂੰ ਹੋਇਆ ਫਿਰ ਇਹ ਕਦੇ ਡੁੱਬਦਾ ਨਹੀਂ। ਜਿੰਨੇ ਮਰਜ਼ੀ ਦਰਿਆ ਆਉਣ, ਜਿੰਨੇ ਮਰਜ਼ੀ ਸਮੁੰਦਰ ਆਉਣ, ਇਹ ਭਵਜਲ ਤੋਂ ਪਾਰ ਹੋਵੇਗਾ ਕਿਉਂਕਿ ਰਥਵਾਹੀ ਤੂੰ ਆ। ਇਹਦੇ ਇੰਦਰੀਆਂ ਰੂਪ ਘੋੜਿਆਂ ਦੀਆਂ ਲਗਾਮਾਂ ਤੇਰੇ ਹੱਥ ਵਿੱਚ ਨੇ, ਤੇ ਜਿਹਦੀ ਲਗਾਮ ਤੇਰੇ ਹੱਥ ਵਿੱਚ ਹੋਈ ਉਹ ਗਲਤ ਦਿਸ਼ਾ 'ਚ ਕਿਵੇਂ ਜਾਵੇਗਾ? ਔਰ ਉਹ ਕਦੇ ਨਹੀਂ ਜਾਵੇਗਾ। ਕਹਿੰਦੇ ਉਹ ਕਾਮਨਾਵਾਂ ਤੋਂ ਰਹਿਤ ਹੋ ਗਿਆ, ਅੰਦਰ ਨਾਮ ਹੈ। ਹੁਣ ਕਾਮ ਨਹੀਂ, ਕਾਮ ਮੈਨੇ ਕੱਲੇ ਵਿਸ਼ਿਆਂ ਤੇ ਨਾ ਰੁਕਿਆ ਕਰੀਏ। ਸਾਡੀ ਲੈ ਦੇ ਕੇ ਬਿਰਤੀ ਜਦੋਂ ਕਾਮ ਦੀ ਗੱਲ ਕਰਦੇ ਨਾ ਔਰ ਵਿਸ਼ਿਆਂ ਤੇ ਆ ਜਾਂਦੀ ਹੈ। ਨਹੀਂ, ਵਿਦਵਾਨ ਮਹਾਂਪੁਰਸ਼ ਸਮਝਾਇਆ ਕਰਦੇ ਸਨ, ਕਾਮ ਕਾਮ ਸਭ ਕੋ ਕਹਿ, ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਜਿੰਨੀਆਂ ਕਾਮਨਾਵਾਂ ਇੱਛਾਵਾਂ ਉਪਜਦੀਆਂ ਨਾ, ਚੰਗੀਆਂ ਮਾੜੀਆਂ, ਇਹ ਸਾਰੇ ਕਾਮ ਹੀ ਨੇ, ਕਿਉਂਕਿ ਨਾਮ ਵੱਲੋਂ ਤੋੜਨ ਵਾਲੀਆਂ ਹੈ ਨਾ, ਤਾਂ ਇਧਰ ਨੂੰ ਕਰਸ਼ਿਤ ਕਰਨ ਵਾਲੀਆਂ। ਉਹਨਾਂ ਤੋਂ ਗੁਰਸਿੱਖ ਪਿਆਰਾ ਨਾਮ ਜਪਦਾ ਨੇ ਰਹਿ ਤੇ ਧਾਮ ਸਹਿਜ, ਹਿਰਦੇ ਘਰ ਵਿੱਚ ਸਹਿਜ ਆਉਂਦਾ ਹੈ, ਟਿਕਾਓ, ਸ਼ਾਂਤੀ, ਗਿਆਨ। ਔਰ ਫਿਰ ਕੀ ਹੁੰਦਾ ਹੈ? ਸੁਭਾਏ ਹਿਰਦੇ ਸੁਤੇ ਸਿੱਧੀ, ਹਿਰਦੇ ਦੇ ਵਿੱਚੋਂ ਗਿਆਨ ਪ੍ਰਗਟ, ਭਗਵਾਨ ਪ੍ਰਗਟ, ਨਾਮ ਪ੍ਰਗਟ, ਔਰ ਉਹ ਆਨੰਦ ਖੇੜਾ ਅੰਦਰੇ ਹੀ ਆ ਜਾਂਦਾ ਹੈ। ਕਹਿੰਦੇ ਵਰਤੈ ਵਰਤਮਾਨ ਗਿਆਨ ਕੋ ਪ੍ਰਗਾਸ ਹੈ। ਉਹ ਵਰਤਦਾ, ਵਰਤਾਰਾ, ਵਰਤਮਾਨ। ਇਹ ਨਹੀਂ ਕਿ ਅੱਜ ਜਪਿਆ ਤੇ ਕੱਲ ਨੂੰ ਪਤਾ ਲੱਗੇਗਾ, ਨਹੀਂ, ਅੱਜ ਹੀ। ਔਰ ਉਹਨੂੰ ਅੱਜ ਹੀ ਸਭ ਕੁਝ ਦਿਸਦਾ, ਉਹ ਵਰਤਾਰਾ ਵਰਤਦਾ ਹੈ। ਗਿਆਨ ਕੋ ਪ੍ਰਗਾਸ, ਗਿਆਨ ਦਾ ਪ੍ਰਗਾਸ਼। ਗਿਆਨ ਗੁਰੂ ਦਾ ਹੈ, ਗੁਰੂ ਗਿਆਨ ਨਹੀਂ ਜੇ। ਔਰ ਗਿਆਨ ਗੁਰੂ ਦਾ ਹੈ। ਚਾਨਣਾ ਲਾਈਟ ਦਾ ਹੈ, ਚਾਨਣਾ ਲਾਈਟ ਨਹੀਂ ਗੀ। ਔਰ ਜਿਹੜੀ ਰੌਸ਼ਨੀ ਹੈ, ਗਿਆਨ ਹੈ, ਸ਼ਾਂਤੀ ਹੈ, ਭਗਵਾਨ ਦੀ ਹੈ। ਮਹਾਰਾਜ ਨੇ ਆਪ ਬਚਨ ਕੀਤੇ ਆ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਪਾਣੀ ਘੜੇ ਦੀ ਉਪਾਧੀ ਕਰਕੇ ਨਾ, ਤੇ ਘੜਾ ਕਿਵੇਂ ਬਣਿਆ? ਉਹ ਪਾਣੀ ਤੋਂ ਬਗੈਰ ਘੜਾ ਕਿਵੇਂ ਬਣ ਜਾਵੇਗਾ? ਜਲ ਬਿਨ ਕੁੰਭ ਨਾ ਹੋਏ, ਘੜਾ ਪਾਣੀ ਤੋਂ ਬਗੈਰ ਨਹੀਂ। ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ, ਗਿਆਨ ਕਰਕੇ ਮਨ ਨੇ ਸਥਿਰਤਾ, ਟਿਕਾਓ ਲੈਣਾ ਹੈ, ਟਿਕਣਾ ਹੈ ਚਾਨਣੇ ਵਿੱਚ, ਅਗਿਆਨ ਨੂੰ, ਹਨੇਰੇ ਨੂੰ ਦੂਰ ਕਰਕੇ। ਪਰ ਕਹਿੰਦੇ ਦੁਹਾਈ ਰੱਬ ਦੀ, ਕਿਤੇ ਇਹ ਭਰਮ ਚ ਨਾ ਪੈ ਜਾਓ ਜੇ ਸਭ ਕੁਝ ਇਹ ਆ। ਕਹਿੰਦੇ ਗੁਰ ਬਿਨ ਗਿਆਨ ਨਾ ਹੋਏ। ਜੇ ਗੁਰੂ ਛੱਡਦਾ ਗਿਆਨ ਕੋ ਨਹੀਂ ਜੇ। ਚਾਨਣਾ ਤਾਂ ਹੈ ਜੇ ਗੁਰੂ ਹੈ, ਗੁਰੂ ਤੋਂ ਬਗੈਰ ਹਨੇਰਾ। ਕਹਿੰਦੇ ਉਹ ਗਿਆਨ ਕੋ ਪ੍ਰਗਾਸ ਹੈ। ਉਹ ਗੁਰੂ ਦੇ ਗਿਆਨ ਦਾ ਅੰਦਰ ਪ੍ਰਕਾਸ਼ ਹੋ ਜਾਂਦਾ, ਚਾਨਣਾ ਹੋ ਜਾਂਦਾ। ਜਿੱਥੇ ਦਿਲ ਅੰਧਿਆਰੀ ਰਾਤ ਹੈ ਨਾ, ਉੱਥੇ ਅੰਦਰ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ। ਸੂਖਮ ਸਥੂਲ ਏਕ ਏਕ ਅਨੇਕ ਮੇਕ। ਕਹਿੰਦੇ ਜਿਹੜਾ ਸੂਖਸ਼ਮ ਔਰ ਜਿਹੜਾ ਇਹਨਾਂ ਦੀਦਿਆਂ ਨਾਲ ਬਾਹਰ ਦਿਖਾਈ ਨਹੀਂ ਦਿੰਦਾ, ਉਹ ਸੂਖਸ਼ਮ। ਉੱਥੇ ਵੀ ਇੱਕ ਪਰਮਾਤਮਾ। ਅਸਥੂਲ, ਜਿਸ ਤਰ੍ਹਾਂ ਆਪਾਂ ਸਰੀਰ ਕਰਕੇ ਦਿਸ ਰਹੇ, ਦੇਖ ਰਹੇ, ਔਰ ਇਹਨਾਂ ਅੰਦਰ ਵੀ ਇਹ ਸੂਖਸ਼ਮ ਰੂਪ ਹੋ ਕੇ, ਅਸਥੂਲ ਰੂਪ ਹੋ ਕੇ ਇੱਕੋ ਪਰਮਾਤਮਾ ਹੈ। ਇੱਕ ਪਰਮਾਤਮਾ ਜਿਹੜਾ ਹੈ ਅਨੇਕ ਮੇਕ, ਅਨੇਕਤਾ ਨਾਨਾ ਪ੍ਰਕਾਰ ਵਿੱਚ ਮਿਲਿਆ ਹੋਇਆ ਹੈ। ਅਨੇਕਾਂ ਦੇ ਵਿੱਚ ਮੇਕ ਮਿਲਿਆ ਹੋਇਆ ਹੈ ਪਰਮਾਤਮਾ, ਸਾਰਿਆਂ ਵਿੱਚ ਰਮਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਪਾਂਤ ਹੋਏ ਪਸਰਿਆ, ਨਾਨਕ ਕੰਕਾਰ। ਇੱਕੋ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਇੱਕ ਰਸ। ਔਰ ਫਿਰ ਭਾਈ ਸਾਹਿਬ ਕਹਿੰਦੇ ਆ ਕਿ ਬ੍ਰਹਮ ਬਬੇਕ ਟੇਕ ਬ੍ਰਹਮ ਵਿਸ਼ਵਾਸ ਹੈ। ਕਹਿੰਦੇ ਬ੍ਰਹਮ ਦੀ ਟੇਕ ਆਸਰਾ, ਔਰ ਬ੍ਰਹਮ ਬਬੇਕ, ਬਿਬ ਪਲਸ ਏਕ। ਬਿਬ ਦਾ ਅਰਥ ਹੁੰਦਾ ਹੈ ਦੋ, ਇੱਕ ਆ ਜੀਵ, ਇੱਕ ਆ ਈਸ਼ਵਰ, ਤੇ ਦੋਨਾਂ 'ਚ ਦੂਰੀ। ਮਿਲਣਾ ਜੀਵ ਲੋਚਦਾ, ਪਰ ਦੂਰੀ
ਉਹ ਜਪਦਿਆਂ ਜਪਦਿਆਂ ਦੂਰੀ ਨੂੰ ਮਿਟਾ ਕੇ ਇੱਕ ਰੂਪ ਹੋ ਜਾਂਦਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੁਐ ਤੇ ਏਕ ਰੂਪ ਹੋਏ ਗਇਓ, ਦੋ ਤੋਂ ਇੱਕ ਰੂਪ ਹੋ ਜਾਣਾ। ਅੰਦਰ ਵੀ ਬ੍ਰਹਮ ਹੋਣਾ ਤੇ ਬਾਹਰ ਵੀ ਬ੍ਰਹਮ ਹੋਣਾ, ਉਹਦਾ ਦੇਖਣਾ ਵੀ ਬ੍ਰਹਮ ਹੋਣਾ ਤੇ ਉਹਦਾ ਸੁਣਨਾ ਵੀ ਬ੍ਰਹਮ ਹੋਣਾ। ਫਿਰ ਬ੍ਰਹਮ ਦਿਸੈ ਬ੍ਰਹਮ ਸੁਣੀਐ, ਇੱਕ ਇੱਕ ਵਖਾਣੀਏ। ਅੰਦਰ ਵੀ ਉਹ ਆ ਬਾਹਰ ਵੀ ਉਹ ਆ, ਤੇ ਬ੍ਰਹਮ ਵਿਸ਼ਵਾਸ ਹੈ, ਬ੍ਰਹਮ ਤੇ ਭਰੋਸਾ। ਉਹ ਮੇਰਾ ਭਰੋਸਾ, ਉਹ ਮੇਰਾ ਆਸਰਾ, ਉਹ ਰਹਿਮਤ ਦਾ ਘਰ ਆ। ਔਰ ਉਹ ਨਿਸ਼ਚੈ ਕੀਤਾ ਪਰਪੱਕਤਾ ਦੇ ਸਹਿ ਤੇ, ਬਾਹਰ ਵੀ ਤੇ ਅੰਦਰ ਵੀ। ਕਦੇ ਉਹ ਤੋਂ ਭਰੋਸਾ ਡੋਲਦਾ ਨਹੀਂ ਤੇ ਅਸੀਂ ਮਾੜੀ ਜੀ ਗੱਲ ਨਾਲ ਕਹਿ ਦਿੰਦੇ ਜੀ ਮੇਰਾ ਤਾਂ ਭਰੋਸਾ ਹੀ ਟੁੱਟ ਗਿਆ ਜੀ। ਇਹੋ ਜਿਹਾ ਸਾਡਾ ਭਰੋਸਾ ਜਿਹੜਾ ਟੁੱਟ ਜਾਂਦਾ, ਕਦੇ ਘਰੋਂ ਨਹੀਂ ਟੁੱਟਾ, ਕਦੇ ਹੋਰ ਕਾਰੋਬਾਰ ਤੋਂ ਨਹੀਂ, ਰੱਬ ਤੇ ਆਵੇ ਤੇ ਸਾਡਾ ਭਰੋਸਾ ਟੁੱਟ ਜਾਂਦਾ, ਜਿਹਨੇ ਸਭ ਕੁਝ ਦਿੱਤਾ ਹੋਇਆ। ਨਹੀਂ ਗੁਰਮੁਖੋ, ਇੰਨਾ ਕੱਚਾ ਨਾ ਰੱਖਿਆ ਕਰੀਏ। ਕੋਈ ਕੀ ਕਹਿੰਦਾ ਵੱਖਰੀ ਗੱਲ ਆ, ਪਰਮਾਤਮਾ ਤੋਂ ਭਰੋਸਾ ਨਾ ਡੁਲਾਇਆ ਕਰੀਏ। ਸਤਿਗੁਰੂ ਮਹਾਰਾਜ ਨੇ ਜੋ ਬਚਨ ਕਹੇ, ਭਾਈ ਸਾਹਿਬ ਕਹਿੰਦੇ ਚਰਨ ਸਰਨ ਲਿਵ, ਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਆ ਕੇ, ਸਰਨ ਦੇ ਵਿੱਚ ਆ ਕੇ ਚਰਨਾਂ ਦਾ ਸ਼ਬਦ ਸਰੂਪ ਦਾ ਆਸਰਾ ਲੈਣਾ ਤੇ ਸ਼ਬਦ ਵਿੱਚ ਲਿਵ ਨੂੰ ਆਪਣੀ ਨੂੰ ਜੋੜਨਾ, ਤੇ ਲਿਵ ਜੋੜਦਿਆਂ ਹੋਇਆਂ ਸੁਰਤ ਜੋੜ ਕੇ ਕੰਮ ਇਹ ਕਰਨਾ, ਆਪਾ ਖੋਏ ਹੋਏ ਰੇਣ। ਜਿਹੜੀ ਅਪਣਾਤੇ ਨਾ ਉਹਨੂੰ ਖੋ ਦੇਣਾ, ਆਪਣੇ ਆਪ ਨੂੰ ਮਿਟਾ ਦੇਣਾ। ਕਿਉਂਕਿ ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਜੇ ਆਪਾ ਨਹੀਂ ਨਾ ਗਵਾਇਆ ਤੇ ਮਾਲਕ ਨੂੰ ਨਹੀਂ ਪਾ ਸਕਾਂਗੇ। ਔਰ ਵਿਦਵਾਨ ਸੱਜਣ ਕਹਿੰਦੇ, ਡਾਕਟਰ ਮੁਹੰਮਦ ਇਕਬਾਲ ਜੀ ਕਹਿੰਦੇ, ਕਹਿਣ ਲੱਗੇ ਖੁਦ ਕੋ ਮਿਟਾ ਦੇ ਚਾਹਤਾ ਹੈ ਜੇ ਕਿਛ ਮਰਤਬਾ, दाना मिट्टी से मिलकर गुल से गुलशन होता है। अगर दाना ਆਪਾਂ ਮਿੱਟੀ ਵਿੱਚ ਬੀਜ ਦੇਣਾ, ਉਹ ਆਪਣੀ ਹੋਂਦ ਹੀ ਨਾ ਮਟਾਵੇ। ਆ ਪੌਂਦ ਬੀਜੀ ਨਾ ਝੋਨੇ ਵਾਲੀ, ਤੇ ਉਹ ਬੀਜ ਆਪਣੀ ਹੋਂਦ ਬਰਕਰਾਰ ਰੱਖਣ ਤੇ ਕਦੇ ਪੌਂਦ ਹੋ ਜਾਵੇਗੀ, ਪਨੀਰੀ ਹੋ ਜਾਵੇਗੀ, ਕਦਾਚਿਤ ਨਹੀਂ। ਅਗਰ ਉਹਨਾਂ ਦਾਣਿਆਂ ਨੇ, ਬੀਜਾਂ ਨੇ ਆਪਾ ਮਟਾਇਆ ਤਾਂ ਬਾਹਰ ਹਰਿਆਵਲਤਾ ਆਈ। ਕਹਿੰਦੇ ਜਿੰਨੇ ਆਪਣਤ ਕਾਇਮ ਰੱਖੀ ਆ ਨਾ, ਉਹ ਅੱਗੇ ਵੱਧਦਾ ਫੁੱਲਦਾ ਨਹੀਂ। ਜਿਹੜੇ ਬੰਦੇ ਨੇ ਹਉਮੈ ਆਪਣਤ ਰੱਖੀਏ, ਜਿਹਨੇ ਆਪਣਤ ਮਟਾ ਦਿੱਤੀ, ਆਪਾ ਮਟਾ ਲਿਆ, ਫਿਰ ਉਹ ਕਈ ਰੂਪ ਹੋ ਕੇ ਅੱਗੇ ਫਲ ਫੁੱਲ ਬੜੀ ਮਹਿਕ ਸ਼ਹਿਕ ਵੰਡਦਾ ਹੈ। ਔਰ ਕਹਿੰਦੇ ਆਪਾ ਖੋਏ ਤੇ ਹੋਏ ਰੇਣ, ਇੰਨੀ ਨਿਮਰਤਾ ਹੋ ਜਾ, ਚਰਨ ਧੂੜ ਹੋ ਜਾ, ਇੰਨੀ ਨਿਮਰਤਾ ਦੇ ਵਿੱਚ ਆ, ਇੰਨੀ ਨਿਰਮਾਨਤਾ ਆਵੇ। ਫਿਰ ਸਤਿਗੁਰ ਸਤ, ਜਿਹੜਾ ਸਤਿਗੁਰੂ ਉਹ ਸਤ ਸਰੂਪ ਹੈ, ਉਹਦੇ ਜਿਹਾ ਕੋਈ ਨਹੀਂ। ਗੁਰਮਤਿ ਗੁਰਦਾਸ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਦੀ ਮੱਤ ਹਿਰਦੇ 'ਚ ਆਵੇ, ਔਰ ਉਹਦੀ ਮੱਤ ਹਿਰਦੇ ਵਿੱਚ ਆ ਜਾਵੇ, ਉਹ ਗੁਰਮੁਖ ਦੇ। ਇਹ ਭਾਈ ਗੁਰਦਾਸ ਸਾਹਿਬ ਬਿਆਨ ਕਰਤਾ ਨੇ, ਉਹੀ ਗੁਰ ਪਲੱਸ ਦਾਸ ਹੈ, ਉਹੀ ਗੁਰੂ ਦਾ ਦਾਸ ਸੇਵਕ ਆ ਜਿਹਦੇ ਵਿੱਚ ਇਹ ਗੁਣ ਹੋਏ। ਜੇ ਗੁਣ ਨਹੀਂ ਤੇ ਮੇਰੀ ਤਰ੍ਹਾਂ ਜਿੰਨਾ ਮਰਜ਼ੀ ਕਹੀ ਜਾਈਏ ਦਾਸ ਬਿਆਨ ਕਰਦਾ ਹੈ ਜੀ, ਦਾਸ ਨੇ ਬੜੀ ਵੇਰ ਆਖਿਆ ਜੀ, ਇਹ ਤਾਂ ਗੱਲਾਂ ਨੇ। ਦਾਸਾ ਭਾਵ ਅੰਦਰ ਆ ਜਾਣਾ। ਜਿਵੇਂ ਸ਼ੁਰੂਆਤ 'ਚ ਕਿਹਾ ਨਾ, ਗੁਰਮੁਖ ਕਹਾ ਲੈਣਾ ਬੜਾ ਸੌਖਾ, ਗੁਰਮੁਖ ਹੋ ਜਾਣਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ। ਗੁਰਮੁਖ ਹੋ ਜਾਣਾ, ਗੁਰਮੁਖ ਜਿਹੜਾ ਗੁਰੂ ਦਾ ਰੂਪ ਹੋ ਜਾਂਦਾ ਹੈ। ਔਰ ਗੁਰੂ ਨਿਰਗੁਣ ਤੇ ਗੁਰਮੁਖ ਸਰਗੁਣ 'ਚ ਸਾਹਮਣੇ ਦਿਸਦਾ, ਇੱਕ ਰੂਪ ਹੋ ਜਾਂਦਾ ਹੈ। ਸਤਿਗੁਰੂ ਮਿਹਰ ਕਰੇ, ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮੱਤ ਦਾ ਦਾਨ ਬਖਸ਼ਿਸ਼ ਕਰਨ। ਬੇਅੰਤ ਭੁੱਲਾਂ ਦੀ ਖਿਮਾ, ਔਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਕਿਉਂਕਿ ਭਾਈ ਸਾਹਿਬ ਦੇ ਵਿਚਾਰ ਆਗਾਧ ਬੋਧ ਹੈ। ਜਿਵੇਂ ਗੁਰਬਾਣੀ ਆਗਾਧ ਬੋਧ ਹੈ ਨਾ, ਭਾਈ ਸਾਹਿਬ ਨੇ ਰਚਨਾਵਲੀ ਆਪਣੀ ਹੈ ਤੇ ਸਿਧਾਂਤ ਗੁਰੂ ਦਾ, ਸਿਧਾਂਤ ਗੁਰੂ ਦਾ। ਤੇ ਇਹ ਬਹੁਤ ਤਾਦ ਅੰਦਰ ਕਵਿੱਤ ਸਵਾਈਏ ਜਿਹੜੇ ਨੇ। ਕਾਂਚੀ ਵਿੱਚ ਜਦੋਂ ਵਿਦਵਾਨ ਪੰਡਤ ਸੀ ਨਾ, ਉਹ ਕਹਿੰਦੇ ਸਨ, ਉੱਥੇ ਭਾਈ ਸਾਹਿਬ ਦੇ ਨਾਲ ਚਰਚਾ ਹੋਈਆਂ, ਉੱਥੇ ਭਾਈ ਸਾਹਿਬ ਦਾ ਮੱਠ ਬਣਿਆ ਹੋਇਆ, ਕਿਤੇ ਜਾਓ ਨਾ ਬਨਾਰਸ ਵਿੱਚ, ਉੱਥੇ ਭਾਈ ਗੁਰਦਾਸ ਸਾਹਿਬ ਦਾ ਮੱਠ ਆ, ਉਹਦਾ ਨਾਂ ਉਸ ਸਥਾਨ ਦਾ। ਉੱਥੇ ਭਾਈ ਸਾਹਿਬ ਜਿੱਥੇ ਬੈਠੇ ਸੀ ਤੇ ਪੰਡਤ ਕਾਹਨੂੰ ਟਿਕਣ ਦਿੰਦੇ ਸੀ?
इधरों आए इधर, फिर उन्होंने नाल चर्चा कर करके उन्होंने दसिया कि नहीं साडे गुरु का सिद्धांत उच्चा है, तुसीं एवें ना करो। फिर उन्होंने ज्ञान दिता, रजाया, तो वो फिर कलम बंद किया भी वो साडे सिखां दे काम भी आवे, ये भी अगे चल सकन। गुरु मेहर करे साडा आया सफला। इन्नियां को बेनतियां प्रवान। वाहिगुरु जी का खालसा, वाहिगुरु जी की फतेह।